ਸਤਿ ਸ਼੍ਰੀ ਅਕਾਲ। ਲੋਕ ਰਣ ਤੇ ਤੁਹਾਡਾ ਸਵਾਗਤ। ਤੁਸੀਂ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਨਾਲ ਜੁੜੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ ਨੇ। ਪਰਮਿੰਦਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਗੁਰਜਿੰਦਰ ਜੀ। ਪਰਮਿੰਦਰ ਜੀ, ਜੋ ਅੱਜ ਦੀਆਂ ਮੁੱਖ ਖਬਰਾਂ ਨੇ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨਾਂ ਦਾ ਜੋ ਟਕਰਾਅ ਹੋਇਆ ਉਸ ਤੇ ਥੋੜਾ ਜਿਹਾ ਗੱਲਬਾਤ ਕਰਾਂਗੇ, ਤੇ ਇੱਕ ਕਿਸਾਨ ਸਿੰਘੂ ਬਾਰਡਰ ਰਸੋਈ ਢਾਬੇ ਦੇ ਸਾਹਮਣੇ ਦਰਖਤ ਤੇ ਫਾਹਾ ਲੈ ਕੇ ਆਪਣੀ ਜਾਨ ਦੇ ਗਿਆ, ਉਹ ਖੁਦਕੁਸ਼ੀ ਕਰ ਗਿਆ ਉਹ ਕਿਸਾਨ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਕਾਂਗਰਸ ਸਰਕਾਰ ਦਾ ਆਪਸੀ ਕਲੇਸ਼ ਭਾਰੂ ਹੈ ਤੇ ਬੀਜੇਪੀ ਸਰਕਾਰ ਦੀ ਜੋ ਇਕਾਈ ਹੈ ਯੂਪੀ ਦੇ ਵਿੱਚ, ਯੋਗੀ ਦੇ ਜੋ ਇਰਦ ਗਿਰਦ ਘੇਰਾ, ਉਹ ਵੀ ਘੇਰਾ ਹੁਣ ਟਾਈਟ ਹੁੰਦਾ ਜਾ ਰਿਹਾ। ਲਗਾਤਾਰ ਯੂਪੀ ਦੇ ਭਾਜਪਾ ਦੇ ਆਪਣੇ ਹੀ ਲੀਡਰ ਜੋ ਸੀਐਮ ਨੇ ਉੱਥੋਂ ਦੇ ਉੱਤਰ ਪ੍ਰਦੇਸ਼ ਦੇ, ਉਹਨਾਂ ਤੇ ਨਿਸ਼ਾਨੇ ਸਾਧ ਰਹੇ ਨੇ। ਖੇਤੀ ਕਾਨੂੰਨਾਂ ਲੈ ਕੇ ਬੀਜੇਪੀ ਦੇ ਵਿੱਚ ਆਪਸੀ ਬਗਾਵਤ ਹੈ ਜੋ ਹੁਣ ਫੁੱਟ ਹੈ, ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਤੇ ਰਾਜਾ ਵੜਿੰਗ ਜਦੋਂ ਦੇ ਟਰਾਂਸਪੋਰਟ ਮੰਤਰੀ ਬਣੇ ਨੇ, ਚਰਚਾਵਾਂ ਦੇ ਵਿੱਚ ਨੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਖਜ਼ਾਨੇ ਨੂੰ, ਜੋ ਖਾਲੀ ਖਜ਼ਾਨਾ ਕਿਹਾ ਜਾ ਰਿਹਾ ਸੀ, ਕਿਤੇ ਨਾ ਕਿਤੇ ਉਹਦੇ ਵਿੱਚ ਸਹਾਇਕ ਹੋ ਰਹੇ ਨੇ। ਉਹ ਉਸ ਖਜ਼ਾਨੇ ਨੂੰ ਭਰਨ ਦੇ ਵਿੱਚ ਲਗਾਤਾਰ ਜੋ ਇਲੀਗਲ ਬੱਸਾਂ ਚੱਲਦੀਆਂ ਸੀ, ਗੈਰ ਕਾਨੂੰਨੀ ਬੱਸਾਂ ਚੱਲਦੀਆਂ ਸੀ, ਉਹ ਫੜ ਕੇ ਅੰਦਰ ਵੀ ਦਿੱਤੀਆਂ। ਜੋ ਟਰਾਂਸਪੋਰਟ ਮਾਫੀਆ ਕਿਹਾ ਜਾ ਰਿਹਾ ਸੀ, ਕਿ ਹੁਣ ਕਿਹਾ ਜਾ ਰਿਹਾ ਕਿ ਰਾਜਾ ਵੜਿੰਗ ਨੇ ਉਸ ਨੂੰ ਵੀ ਨੱਥ ਪਾਈ ਹੈ। ਚੰਨੀ ਤੇ ਸਿੱਧੂ ਸਮਝੌਤਾ ਤਾਂ ਹੋ ਗਿਆ, ਰਾਜਾ ਵੜਿੰਗ ਤੇ ਆਪਣੇ ਮੈਂਬਰ ਪਾਰਲੀਮੈਂਟ ਤਿਵਾੜੀ ਉਹ ਆਮੋ ਸਾਹਮਣੇ ਹੋ ਗਏ ਨੇ ਕਾਂਗਰਸ ਸਰਕਾਰ ਦੇ, ਉਹਨੂੰ ਲੈ ਕੇ ਟਵੀਟੀ ਖੇਡ ਰਹੇ ਨੇ ਤੇ ਉਹਨਾਂ ਦੀ ਟਵਿੱਟਰ ਤੇ ਜੰਗ ਸ਼ੁਰੂ ਹੋ ਗਈ ਹੈ। ਖਾਸ ਕਰਕੇ ਜੋ ਸੁਨੀਲ ਜਾਖੜ ਨੇ ਟਵੀਟ ਕੀਤਾ, ਉਹ ਵੀ ਉਸ 'ਤੇ ਵੀ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਤੇ ਜੋ ਉਹ ਟਕਰਾਅ ਸਾਹਮਣੇ ਆਇਆ ਕਿਸਾਨਾਂ ਦਾ ਆਪਸ ਦੇ ਵਿੱਚ ਜੀ, ਉਹ ਜਿਹੜਾ ਗੁਰਜਿੰਦਰ ਇੱਦਾਂ ਹੁੰਦਾ ਜੀ, ਜਿੱਦਾਂ ਜਦੋਂ ਸੰਘਰਸ਼ ਦੇ ਵਿੱਚ ਕਿਸੇ ਵੀ ਕਹਿ ਲਓ, ਜਦੋਂ ਕੋਈ ਪ੍ਰਦਰਸ਼ਨ ਹੋ ਰਿਹਾ ਹੁੰਦਾ ਜਾਂ ਇਕੱਠ ਕਹਿ ਲਓ, ਆਪਾਂ ਕਹਿ ਲਓ ਸੰਘਰਸ਼ ਦਾ ਨਾਂ ਨਾ ਲਈਏ, ਇਕੱਲਾ ਇਕੱਠ ਵੀ ਕਹਿ ਲਓ ਨਾ, ਜਦੋਂ ਇਕੱਠ ਕਿਸੇ ਵਿਰੋਧੀ ਵੱਲੋਂ ਕਰ ਲਿਆ ਜਾਵੇ ਜਾਂ ਇੱਦਾਂ ਹੋਵੇ ਵੀ ਜਿੱਥੇ ਆਪਣੇ ਆਪ ਦੀ ਖੁਦ ਦੀ ਸ਼ਮੂਲੀਅਤ ਨਾ ਹੁੰਦੀ ਦੇਖ ਕੇ ਇਹ ਬੰਦੇ ਬਖਲਾ ਜਾਂਦੇ ਨੇ। ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ, ਆਗੂ ਹੁੰਦੇ ਨੇ, ਲੀਡਰ, ਇਹ ਇਹਨਾਂ ਦੇ ਅੰਦਰ ਜਿਹੜੀ ਉਹ ਹੁੰਦੀ ਹੈ ਨਾ, ਆਪਾਂ ਕਹਿ ਲਓ ਕਿ ਭਾਵਨਾ ਐਸੀ ਪ੍ਰਗਟ ਹੋ ਜਾਂਦੀ ਹੈ ਵੀ ਮੈਂ ਉੱਥੇ ਕਿਉਂ ਨਹੀਂ, ਉਹ ਇਕੱਠ ਮੇਰੇ ਨਾਲ ਕਿਉਂ ਨਹੀਂ, ਤੇ ਉਹਦਾ ਫਾਇਦਾ ਮੈਂ ਕਿਵੇਂ ਲੈ ਸਕਦਾ। ਉਹ ਇਹ ਚੀਜ਼ਾਂ ਸੋਚਦੇ ਨੇ, ਹੋਰ ਕੁਝ ਨਹੀਂ ਸੋਚਦੇ। ਉਹ ਇਕੱਠ ਦੀ ਗੱਲ ਕਰ ਰਿਹਾ। ਇਹ ਤਾਂ ਬਹੁਤ ਵੱਡਾ ਇੱਕ ਜਨ ਅੰਦੋਲਨ ਹੈ। ਬਿਲਕੁਲ। ਤੇ ਜਦੋਂ ਜਨ ਅੰਦੋਲਨ ਜਿੱਥੇ ਬਹੁਤ ਲੋਕਾਂ ਦਾ, ਲੱਖਾਂ ਲੋਕਾਂ ਦਾ ਇਕੱਠ ਹੈ, ਤੇ ਉਹ ਇਕੱਠ ਤਾਂ ਇਹਨਾਂ ਦੇ ਮਗਰ ਆਇਆ ਨਹੀਂ, ਜ਼ੋਰ ਲਾਇਆ ਇਹਨਾਂ ਨੇ, ਬਦਨਾਮ ਵੀ ਕੀਤਾ, ਕਾਮਰੇਡ ਜੇ ਵੋ ਕਹਿ ਕੇ ਭੰਡਿਆ ਵੀ। ਖਾਸ ਕਰ ਅਕਾਲੀ ਦਲ ਨੇ ਤਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਦਿਖਾ ਕੇ ਕਾਲੇ ਕਾਨੂੰਨਾਂ ਦੇ ਉਹ ਚਿੱਠੇ ਜਿਹੜੇ ਕਿ ਵੀ ਉਹਨਾਂ ਦੇ ਪੱਖ 'ਚ ਬੋਲੇ ਨੇ। ਇਹ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ, ਸੁਖਬੀਰ ਬਾਦਲ ਹੋਰੀ ਵੀ ਤੇ ਬੀਬਾ ਜੀ ਵੀ। ਤੇ ਹੁਣ ਉਹਨਾਂ ਨੇ ਇਕੱਠ ਨੂੰ ਕੈਸ਼ ਕਰਨ ਦੇ ਲਈ ਅਸਤੀਫੇ ਦਾ ਵੀ ਡਰਾਮਾ ਰਚਿਆ, ਉਹ ਵੀ ਕਿਤੇ ਕੰਮ ਨਹੀਂ ਆਇਆ। ਭਾਜਪਾ ਨਾਲੋਂ ਨਾਤਾ ਤੋੜ ਲਿਆ, ਉਹ ਵੀ ਕਿਤੇ ਕੰਮ ਨਹੀਂ ਆਇਆ। ਹੁਣ ਜਿਹੜੇ ਬਖਲਾਏ ਹੋਏ ਨੇ ਲੋਕ, ਜਦੋਂ ਸਵਾਲ ਕਰਦੇ ਨੇ ਨਾ ਇਹਨਾਂ ਨੂੰ, ਸਾਰੇ, ਮੈਂ ਇਕੱਲੇ ਅਕਾਲੀ ਦਲ ਦੀ ਨਹੀਂ ਗੱਲ ਕਰਦਾ, ਸਾਰਿਆਂ ਨੂੰ, ਚਾਹੇ ਭਾਜਪਾ ਆ, ਚਾਹੇ ਅਕਾਲੀ ਦਲ ਆ, ਚਾਹੇ ਕਾਂਗਰਸੀ ਹੈ, ਜੋ ਵੀ ਹੈ, ਜਾਂ ਤਾਂ ਉਹ ਭੱਜਦੇ ਨੇ ਆਪ ਪਰੇ, ਟਾਲ ਵੱਟਦੇ ਨੇ ਵੀ ਮੈਨੂੰ ਕੋਈ ਲੋਕ ਨਾ ਪੁੱਛਣ, ਜਾਂ ਮੈਨੂੰ ਮੇਰੇ ਸਮਰਥਕ ਮਿਲਣ ਤੇ ਮੈਨੂੰ ਸਵਾਲ ਨਾ ਕਰਿਆ ਜਾਵੇ। ਤੇ ਜਦੋਂ ਲੋਕ ਹਟਦੇ ਨਹੀਂ, ਫਿਰ ਇਹਨਾਂ ਦੇ ਵੱਡੇ ਆਗੂਆਂ ਨੂੰ ਪੁੱਛਦੇ ਨੇ। ਇੱਕ ਤਾਂ ਲੀਡਰੀ ਚਮਕਾਉਣ ਵਾਸਤੇ, ਦੂਜਾ ਉਹਨਾਂ ਦੇ ਅੰਦਰ ਦਹਿਸ਼ਤ ਪੈਦਾ ਕਰਨ ਵਾਸਤੇ। ਉਹ ਆਮ ਲੋਕ ਜਿਹੜੇ ਹੱਕਾਂ ਲਈ ਲੜ ਰਹੇ ਨੇ, ਉਹਨਾਂ ਦੇ ਅੰਦਰ ਉਹਨਾਂ ਨੂੰ ਮਾਰਨ ਤੱਕ ਦੀ ਦਹਿਸ਼ਤ, ਉਹਨਾਂ ਦੇ ਅੰਦਰ ਡਰ ਪੈਦਾ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਲਖੀਮਪੁਰ ਵਿੱਚ ਵੀ ਇਹੀ ਵਾਪਰਿਆ ਸੀਗਾ। ਹੁਣ ਤਾਂ ਉੱਥੇ ਸਾਬਤ ਹੋ ਗਿਆ ਕਿ ਜਿਹੜੀ ਗੋਲੀ ਚੱਲੀ ਸੀ ਉਹ ਵੀ ਉਸ ਦੇ ਬੇਟੇ ਦੀ, ਉਹਨਾਂ ਦਾ ਆਪਣੇ ਰਿਵਾਲਵਰ, ਹਾਂ, ਲਾਇਸੈਂਸੀ ਰਿਵਾਲਵਰ ਚੋਂ ਨਿਕਲੀਆਂ ਹੋਈਆਂ ਨੇ ਗੋਲੀਆਂ। ਤੇ ਕਿੱਥੇ ਤੱਕ ਭੱਜਣਗੇ? ਸੋ ਆਹੀ ਚੀਜ਼ ਇੱਥੇ ਪੰਜਾਬ ਦੇ ਵਿੱਚ ਇਹਨੇ ਨੋਨੀ ਮਾਨ ਦਾ ਨਾਮ ਆ ਰਿਹਾ, ਜਿਹੜਾ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਤਾਂ ਕਹਿੰਦਾ ਮੇਰੀ ਗੱਡੀ ਭੰਨਤੀ ਫਲਾਣਾ, ਜਦੋਂ ਵੀਡੀਓ ਸਾਹਮਣੇ ਆ ਗਈਆਂ ਹੁਣ ਕਿੱਧਰ ਨੂੰ ਭੱਜਣਗੇ? ਤੇ ਗੋਲੀਆਂ ਮਰਵਾ ਲਈਆਂ ਆਪਣੇ ਉੱਤੇ ਹੀ, ਆਪਣੀ ਗੱਡੀ ਭਨਵਾ ਲਈ। ਉਹਨੂੰ ਹਰਨੇਕ ਸਿੰਘ ਹੈ ਜਿਹੜਾ ਕਿਸਾਨ ਹੈ, ਮਹਿਮਾ, ਉਹਨੂੰ ਕਿਲੋਮੀਟਰ ਤੱਕ ਗੱਡੀ ਦੀ ਬੋਨਟ ਦੇ ਉੱਤੇ ਵਿਚਾਰਾ ਟੰਗਿਆ ਰਿਹਾ, ਉਹਨੂੰ ਲੈ ਗਿਆ। ਤੇ ਇੰਨੀ ਤੇਜ਼ ਗੱਡੀ ਚਲਾਈ ਕਿ 2 ਗੱਡੀਆਂ ਦੇ ਨਾਲ ਟੱਕਰ ਵੀ ਹੋਈ ਆ। ਤੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ? ਕਹਿਣ ਦਾ ਭਾਵ ਹੈ ਕਿ ਜੇ ਤੁਸੀਂ ਵੋਟਾਂ ਲੈਣੀਆਂ, ਤੁਸੀਂ ਸਵਾਲਾਂ ਦੇ ਜਵਾਬ ਦਿਓ ਲੋਕਾਂ ਦੇ।
ਇਹ ਹੁਣ ਤੁਸੀਂ ਕਦ ਤੱਕ ਕਰੀ ਜਾਓਗੇ? ਜਿਸ ਦਿਨ ਲੋਕਾਂ ਦੇ ਹੱਥੇ ਚੜ ਗਏ ਉਹਨਾਂ ਨੇ ਥੋੜੀ ਬਖਸ਼ਣਾ ਫਿਰ। ਅੱਜ ਜਿਹੜਾ ਤੁਸੀਂ ਗੱਡੀਆਂ 'ਚ ਬੈਠ ਕੇ ਉਹਨਾਂ ਦੇ ਉੱਤੇ ਗੱਡੀਆਂ ਚੜਾ ਕੇ ਦਰੜ ਕੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਵੋਟਾਂ ਪੈ ਜਾਣਗੀਆਂ, ਜਾਂ ਦਰੜ ਕੇ ਤੁਸੀਂ ਲੋਕ ਆਵਾਜ਼ ਬੰਦ ਕਰ ਦੋਗੇ, ਲੋਕਾਂ ਦੀ ਸੰਗੀ ਕੁੱਟ ਲਓਗੇ, ਇੱਦਾਂ ਨਹੀਂ ਹੈਗਾ। ਇਹ ਚੀਜ਼ ਦਾ ਤਾਂ ਇਹ ਜਿਹੜੀ ਚੀਜ਼ ਹੁਣ ਕੀਤੀ ਆ, ਵੀਡੀਓ ਸਾਹਮਣੇ ਆਈ ਹੈ, ਸਾਰਿਆਂ ਨੂੰ ਸਭ ਨੂੰ ਪਤਾ। ਹੁਣ ਜਿਹੜਾ ਬੋਲੂਗਾ ਨਹੀਂ, ਇਹਦਾ ਮਤਲਬ ਤਾਂ ਉਹ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਨਾਲ ਧੋਖਾ ਕਰ ਰਿਹਾ, ਗੱਦਾਰੀ ਕਰ ਰਿਹਾ, ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰ ਰਿਹਾ। ਚਾਹੇ ਉਹ ਪੋਲੀਟੀਸ਼ੀਅਨ ਹੈ, ਚਾਹੇ ਉਹ ਪੱਤਰਕਾਰ ਹੈ, ਚਾਹੇ ਕੋਈ ਸਮਾਜ ਸੇਵੀ ਹੈ, ਚਾਹੇ ਕੋਈ ਆਮ ਲੋਕ ਹੈ। ਜਦੋਂ ਦਿਖ ਰਿਹਾ ਸਾਹਮਣੇ ਵੀ ਕੀ ਹੋਇਆ, ਸ਼ਰੇਆਮ ਦੇਖਿਆ ਗੱਡੀ ਕਿੰਨੀ ਤੇਜ਼ ਆ ਰਹੀ ਹੈ, ਵੀਡੀਓ ਆਈ ਹੋਈ ਹੈ। ਸੋ ਇਹ ਲੋਕ ਨੇ ਜਿਹੜੇ ਡਰ ਪੈਦਾ ਕਰਦੇ ਨੇ। ਇਹ ਅੰਦੋਲਨ ਇੱਦਾਂ ਨਹੀਂ ਖਤਮ ਹੋਣੇ, ਇੱਦਾਂ ਤੁਹਾਡੇ ਪੱਖ 'ਚ ਨਹੀਂ ਭੁਗਤਣਗੇ ਲੋਕ। ਬੀਬਾ ਨੂੰ ਜੇ ਸਵਾਲ ਕਰਨ ਦੇਣਾ ਚਾਹੁੰਦੇ, ਸਵਾਲ ਤਾਂ ਸੀ ਕਿ ਬੀਬਾ ਜੀ ਨੂੰ ਸ਼ਰੇਆਮ ਕਹਿੰਦੇ ਕਿ ਬੀਬਾ ਜੀ ਆਓ ਇਹਨਾਂ ਦੇ ਸਵਾਲਾਂ ਦੇ ਜਵਾਬ ਦਿਓ, ਤੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੀ ਕਾਰਗੁਜ਼ਾਰੀ ਕੀ ਰਹੀ ਆ। 10 ਸਾਲ ਤੁਸੀਂ ਰਾਜ ਕੀਤਾ, ਤੁਹਾਨੂੰ ਨਹੀਂ ਪਤਾ ਤੁਹਾਡਾ ਤੁਸੀਂ ਕੀ ਕੀਤਾ ਪੰਜਾਬ ਦੇ ਲੋਕਾਂ ਦੇ ਲਈ। ਡਰਦੇ ਮਾਰੇ ਕਹਿੰਦੇ ਨੇ ਸਾਵਧਾਨ ਦੰਡ ਭੇਦ ਵਾਲੀਆਂ ਚੀਜ਼ਾਂ, ਵੀ ਮਾਰਨ ਦਾ ਹੁਣ ਡਰ ਪੈਦਾ ਕਰ ਦੋ, ਡਰਾ ਲਓ। ਉਹ ਤਾਂ ਹੀ ਕਰਦਾ ਬੰਦਾ ਜਦੋਂ ਆਪ ਨਾਕਾਮ ਹੁੰਦਾ, ਆਪਣੀਆਂ ਨਾਕਾਮੀਆਂ ਲੁਕਾਉਣ ਵਾਸਤੇ ਤਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ। ਤੇ ਇਹਨਾਂ ਦੀਆਂ ਹਰਕਤਾਂ ਹੁਣ ਇਹਨਾਂ ਦੀਆਂ ਕਾਰਗੁਜ਼ਾਰੀਆਂ ਦਾ ਸਬੂਤ ਨੇ ਕਿ ਇਹਨਾਂ ਨੇ ਕੀ ਲੱਛਣ ਲਾਏ ਨੇ, ਕੀ ਕਾਰਨਾਮੇ ਕੀਤੇ ਨੇ। ਉਹਨਾਂ ਦਾ ਸਬੂਤ ਹੁਣ ਚੋਣਾਂ ਨੇੜੇ ਆ ਰਹੀਆਂ ਨੇ, ਤੁਸੀਂ ਲੋਕਾਂ ਨੂੰ ਦਬਾ ਕੇ ਰੱਖ ਲਓਗੇ, ਕਿਤੇ ਨਹੀਂ ਦਬਦੇ ਲੋਕ। ਜਾਗਰੂਕ ਹੋਏ ਪਏ ਆ ਲੋਕ, ਲੋਕਾਂ ਨੂੰ ਸਮਝ ਆ ਗਈ ਹੈ ਕਿ ਵੋਟਾਂ ਦੇ ਵੇਲੇ ਤੁਸੀਂ ਘਰਾਂ ਤੋਂ ਬਾਹਰ ਨਿਕਲਦੇ ਹੋ ਬਰਸਾਤੀ ਡੱਡੂਆਂ ਵਾਂਗੂ, ਤੇ ਤੁਹਾਨੂੰ ਨਾ ਲੋਕਾਂ ਦੀ ਪਰਵਾਹ ਆ। ਇਕੱਲੇ ਅਕਾਲੀ ਦਲ ਨਹੀਂ, ਸਾਰੇ ਪੋਲੀਟੀਸ਼ੀਅਨ ਨੇ, ਸਾਰੇ ਅੱਜ ਦੌੜੇ ਭੱਜੇ ਫਿਰਦੇ ਨੇ ਕਾਂਗਰਸੀ। ਪਹਿਲਾਂ ਕਿੱਥੇ ਸੀ ਕਾਂਗਰਸੀ ਵੀ? ਜੇ ਪੁੱਛਿਆ ਜਾਵੇ, ਪਹਿਲਾਂ ਕਾਂਗਰਸੀ ਉੱਥੇ ਨਹੀਂ ਸੀ। ਤੇ ਤੁਸੀਂ ਅੱਜ ਗੱਲਾਂ ਮਾਰਦੇ ਹੋ ਪੰਜਾਬ ਦੇ ਵਿਕਾਸ ਦੀਆਂ। 10 ਸਾਲ ਅਕਾਲੀਆਂ ਦਾ ਰਾਜ ਰਿਹਾ, ਤੁਸੀਂ ਉਦੋਂ ਕਿੱਥੇ ਸੀ? 10 ਸਾਲ ਅਕਾਲੀਆਂ ਨੂੰ ਪੁੱਛੇ ਤੁਸੀਂ ਕਿੱਥੇ ਸੀ 10 ਸਾਲ? ਤੁਹਾਡੇ ਪ੍ਰੋਜੈਕਟ ਕਿਹੜੇ ਲੱਗੇ ਹੋਏ? ਉਹ ਬੱਸ ਚਲਾਈ ਸੀ, ਕਹਿੰਦੇ ਪਾਣੀ 'ਚ ਉਹ ਘੜੂਕਾ ਜੀ, ਪਾਣੀ 'ਚ ਬੱਸ ਚਲਾਵਾਂਗੇ ਜੀ। ਦੱਸੋ, ਲੱਖਾਂ ਰੁਪਏ ਦੇ ਪ੍ਰੋਜੈਕਟ, ਕਰੋੜਾਂ ਦੇ ਤੁਸੀਂ ਲਾ ਕੇ ਖਵਾ ਤੇ। ਆਹ ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਨਸ਼ਾ, ਠੀਕ ਹੈ, ਸਕੂਲੀ ਸਿੱਖਿਆ ਸਭ ਬਰਬਾਦ ਕਰਕੇ ਸਿੱਟਤਾ ਪੰਜਾਬ ਦਾ। ਪੰਜਾਬ ਦੇ ਲੋਕ ਵਿਚਾਰੇ ਬਾਹਰ ਮਜ਼ਦੂਰੀ ਕਰਨ ਲਈ ਮਜਬੂਰ ਹੋਏ ਪਏ ਆ। ਬਿਲਕੁਲ। ਨੌਜਵਾਨ ਮੁੰਡੇ ਕੁੜੀਆਂ ਜਿਹੜੇ ਇੱਥੇ ਰਾਜ ਕਰਦੇ ਸੀ, ਜਿਹੜੇ ਪਰਿਵਾਰਾਂ ਦੇ ਲਾਡਲੇ ਸੀ, ਬੱਚੇ ਆਪਣੇ ਮਾਂ-ਬਾਪ ਦੇ ਲਾਡਲੇ ਸੀ, ਆਪਣੇ ਮਾਂ-ਬਾਪ ਨਾਲ ਰਹਿੰਦੇ ਸੀ, ਅੱਜ ਉਹ ਮਾਂ-ਬਾਪ ਦੀ ਮੌਤ ਦੇ ਉੱਤੇ ਵੀ ਨਹੀਂ ਆ ਸਕਦੇ ਉੱਥੋਂ। ਉਹ ਇਹ ਦੇਣ ਹੈ ਤੁਹਾਡੀ, ਇਹ ਪੋਲੀਟੀਸ਼ੀਅਨਾਂ ਦੀ ਦੇਣ ਹੈ। ਇਹ ਉਹਨਾਂ ਕਸੂਰ ਉਹਨਾਂ ਦਾ ਨਹੀਂ ਹੈਗਾ, ਬੱਚਿਆਂ ਦਾ। ਜੇ ਅੱਜ ਆਪਾਂ ਕਹਿੰਦੇ ਕਿ ਉਹ ਦੇਖ ਲੈ ਆਪਣੀ ਮਾਂ ਦੇ ਜਾਂ ਪਿਓ ਦੇ ਡੈਥ 'ਤੇ ਨਹੀਂ ਆਇਆ, ਪੜ੍ਹਨ ਗਿਆ ਹੋਇਆ ਉੱਧਰ ਇਕੱਲਾ ਹੈ ਹਾਲੇ ਤਾਂ, ਚਾਹੇ ਧੀ ਹੈ ਚਾਹੇ ਪੁੱਤ, ਪੜ੍ਹਾਈ ਕਰਨ ਗਿਆ, ਲੱਖਾਂ ਰੁਪਇਆ ਖਰਚ ਕੇ ਭੇਜਿਆ ਮਾਂ-ਬਾਪ ਨੇ, ਤੇ ਆਇਆ ਵੀ ਨਹੀਂ। ਉਹ ਤੋਂ ਆ ਨਹੀਂ ਹੁੰਦਾ ਹੁਣ, ਕਿਉਂ? ਇੰਨਾ ਮਜਬੂਰ ਕਰਿਆ ਹੋਇਆ ਤੁਸੀਂ, ਇੰਨਾ ਇਹ ਨਾ ਪੋਲੀਟੀਸ਼ੀਅਨਾਂ ਨੇ ਕਰਿਆ। ਜੇ ਇੱਥੇ ਇਹਨਾਂ ਨੂੰ ਰੁਜ਼ਗਾਰ, ਉਹਨਾਂ ਦੀ ਪੜ੍ਹਾਈ ਦਾ ਧਿਆਨ ਰੱਖਦੇ, ਇਹ ਸਿਸਟਮ ਚੰਗਾ ਦਿੰਦੇ, ਪੁਲਿਸ ਜਿਹੜੀ ਹੈਗੀ ਉਹ ਰਾਖੀ ਕਰਦੀ ਸੱਚੀ ਮੁੱਚੀ ਲੋਕਾਂ ਦੀ, ਤੇ ਉਹ ਕਿਉਂ ਜਾਂਦੇ ਬਾਹਰ? ਬਿਲਕੁਲ। ਉਹ ਆਪਣੇ ਮਾਂ-ਬਾਪ ਦੀ ਇੱਥੇ ਸੇਵਾ, ਜਾਂ ਜੋ ਵੀ ਉਹਨਾਂ ਨੇ ਨਾਲ ਰਹਿਣਾ ਸੀ, ਜਾਂ ਕਮਾ ਕੇ ਦੇਣਾ ਸੀ, ਜਾਂ ਅੱਖਾਂ ਦੇ ਸਾਹਮਣੇ ਤੁਰੇ ਫਿਰੇ ਰਹਿਣਾ ਸੀਗਾ। ਬਿਲਕੁਲ। ਉਹ ਚੀਜ਼ ਕਰ ਸਕਦੇ ਸੀ ਉਹ, ਤੇ ਨਹੀਂ ਹੋਣ ਦਿੱਤੀ ਇਹਨਾਂ ਨੇ, ਨਹੀਂ ਹੋਣ ਦਿੱਤੀ। ਬਿਲਕੁਲ। ਪਰਵਿੰਦਰ ਜੀ, ਅੱਗੇ ਸਿਆਸਤ ਵੱਲ ਵੀ ਵਧਾਂਗੇ, ਪਰ ਉਸ ਤੋਂ ਪਹਿਲਾਂ ਸਿੰਘੂ ਬਾਰਡਰ ਦੇ ਨੇੜੇ ਜਿੱਥੇ ਕਿਸਾਨ ਅੰਦੋਲਨ ਚੱਲਦਾ, ਰਸੋਈ ਢਾਬੇ ਦੇ ਸਾਹਮਣੇ ਇੱਕ ਤਰਾਸਦੀ ਵਾਪਰੀ ਹੈ ਕਿਸਾਨੀ ਅੰਦੋਲਨ ਦੇ ਵਿੱਚ। ਇੱਕ ਜੋ ਕਿਸਾਨ ਨੇ ਅਮਲੋਹ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਨੇ, ਅਮਲੋਹ ਦੇ ਇੱਕ ਛੋਟੇ ਜਿਹੇ ਪਿੰਡ ਦੇ ਨਾਲ, ਉਹ ਕਿਸਾਨ ਖੁਦਕੁਸ਼ੀ ਕਰ ਗਏ, ਫਾਹਾ ਲੈ ਗਏ ਦਰੱਖਤਾਂ ਨਾਲ, ਆਪਣੀ ਜਾਨ ਅੰਦੋਲਨ ਦੇ ਲੇਖੇ ਲਾ ਗਏ। ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਉੱਥੇ ਸਾਹਮਣੇ ਪਹਿਲਾਂ ਵੀ ਆਈਆਂ ਸੀ। ਕਿਵੇਂ ਦੇਖੀਏ ਕਿ ਇੱਕ ਤਾਂ ਉਸ ਦੀ ਖੁਦਕੁਸ਼ੀ ਦਾ ਅਸੀਂ ਕੀ ਕਾਰਨ ਸਮਝ ਸਕਦੇ ਹਾਂ, ਦੂਜਾ ਕਿ ਖੁਦਕੁਸ਼ੀ ਕਰਨਾ ਅੰਦੋਲਨ ਦੇ ਵਿੱਚ ਜਾਂ ਵੈਸੇ ਵੀ ਕਿ ਜਾਇਜ਼ ਹੈ? ਇਹ ਦੇਖੋ, ਜਾਇਜ਼ ਨਜਾਇਜ਼ ਦੇਖਣਾ ਇਸ ਮੌਕੇ ਮੇਰੇ ਖਿਆਲ ਨਾਲ ਕੋਈ ਇਹਦਾ ਉਹ ਨਹੀਂ ਬਣਦਾ, ਪੈਮਾਨਾ ਨਹੀਂ ਹੈ ਕਿ ਖੁਦਕੁਸ਼ੀ ਹੋਈ ਤਾਂ ਕਿਉਂ ਹੋਈ। ਖੁਦਕੁਸ਼ੀ ਦਾ ਕਾਰਨ ਤਾਂ ਇਹ ਹੈ ਕਿ ਸਰਕਾਰਾਂ ਨੇ ਇੰਨਾ ਮਜਬੂਰ ਕਰਤਾ ਬੰਦਾ। ਉਹਦੀ ਵਰਡਿੰਗ ਸੀ, ਕਹਿੰਦੇ ਉਹਦੇ ਘਰ ਦੇ ਦੱਸਦੇ ਆ ਕਿ ਉਹ ਕੁਝ ਸਮਾਂ ਪਹਿਲਾਂ ਮਿਲਿਆ ਤਾਂ ਉਹ ਕਹਿੰਦਾ ਸੀ ਵੀ ਮੇਰੇ ਤੋਂ ਹੁਣ ਕਿਸਾਨਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਇੰਨਾ ਪਰੇਸ਼ਾਨ ਬੰਦਾ, ਯਾਨੀ ਕਿ ਭਾਵੁਕ ਹੋ ਕੇ ਚੱਕਿਆ ਗਿਆ ਕਦਮ ਹੁੰਦਾ ਇਹ। ਹਾਲਾਂਕਿ ਆਪਾਂ ਇਸ ਗੱਲ ਦੀ
ਕੋਈ ਉਹ ਨਹੀਂ ਕਰਦੇ, ਕੋਈ ਕਿਸੇ ਨੂੰ ਹੱਲਾਸ਼ੇਰੀ ਨਹੀਂ ਦਿੰਦੇ, ਨਾ ਕੋਈ ਇੱਦਾਂ ਦੀ ਗੱਲ ਕਰਦਾ ਕਿ ਉੱਥੇ ਖੁਦਕੁਸ਼ੀ ਕਰਨ ਨਾਲ ਕੋਈ ਸੋਲਵ ਹੋ ਜੂ, ਮਸਲਾ ਹੱਲ ਹੋ ਜੂ, ਜਾਂ ਕਿਸਾਨ ਜਿਹੜੇ ਉਹਨਾਂ ਦੇ ਵਿਰੁੱਧ ਕਾਨੂੰਨ ਬਣੇ ਨੇ ਉਹ ਰੱਦ ਹੋ ਜਾਣਗੇ, ਜਾਂ ਸਰਕਾਰ ਦੇ ਸਿਰ ਦੇ ਉੱਤੇ ਕੋਈ ਜੂੰ ਸਰਕ ਜੂਗੀ। ਇੱਦਾਂ ਦਾ ਕੁਝ ਨਹੀਂ ਹੈ। ਉਹ ਆਪਣੀ ਜਾਨ ਗਵਾਉਣਾ ਕੋਈ ਬਹਾਦਰੀ ਵੀ ਨਹੀਂ ਹੁੰਦੀ, ਪਰ ਕਈ ਵਾਰ ਇੰਨਾ ਮਜਬੂਰ ਬੰਦਾ ਹੁੰਦਾ ਕਿ ਉਹਨੂੰ ਲੱਗਦਾ ਕਿ ਮੈਂ ਹੋਰ ਝੱਲ ਨਹੀਂ ਸਕਦਾ, ਮੈਂ ਦੇਖ ਹੀ ਨਹੀਂ ਸਕਦਾ ਹੋਰ ਇੱਦਾਂ। ਯਾਨੀ ਕਿ ਉਹਨਾਂ ਦੇ ਮਨਾਂ ਦੇ ਵਿੱਚ ਕਹਿ ਲਓ ਕਿ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ ਇਹ ਚੀਜ਼, ਆ ਕਾਲੇ ਕਾਨੂੰਨ, ਕਿ ਉਹਨਾਂ ਨੂੰ ਦਿਖ ਰਿਹਾ ਕਿ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਰੋਲਿਆ ਜਾ ਰਿਹਾ, ਸਰਕਾਰਾਂ ਨੇ ਖਤਮ ਕਰਤਾ। ਤੇ ਉਹ ਜ਼ਰੂਰੀ ਨਹੀਂ ਕਿ ਕੇਵਲ ਤੇ ਕੇਵਲ ਉੱਥੇ ਬੈਠੇ ਕਿਸਾਨਾਂ ਦਾ, ਆਪਣੇ ਬੱਚਿਆਂ ਦਾ, ਆਪਣੇ ਪਰਿਵਾਰਾਂ ਦਾ, ਅੱਗੇ ਪੀੜ੍ਹੀਆਂ ਦਾ, ਕਿਉਂਕਿ ਇਹ ਬਿਜ਼ਨਸ, ਇਹ ਇੱਕ ਖੇਤੀ ਜਿਹੜਾ ਹੈਗਾ ਇੱਕੋ ਇੱਕ ਸੋਰਸ ਹੈ, ਉਦਯੋਗ ਹੈ ਇੱਕ ਪੰਜਾਬ ਦੇ ਲੋਕਾਂ ਦਾ, ਕਿਸਾਨਾਂ ਦਾ। ਤੇ ਉਹਨਾਂ ਨੂੰ ਪਤਾ ਹੈ ਕਿ ਜੇ ਇਹ ਖਤਮ ਹੁੰਦਾ ਹੈ ਤੇ ਸਾਡੇ ਤਾਂ ਪਰਿਵਾਰ ਪੀੜ੍ਹੀਆਂ ਰੁਲ ਜਾਣਗੀਆਂ। ਬਿਲਕੁਲ ਉਹਨਾਂ ਦੀ ਤਾਂ ਸੱਚੀ ਮੁੱਚੀ ਕਹਿ ਲਓ ਵੀ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਚੱਲਦਾ ਇਹਨਾਂ ਖੇਤਾਂ ਦੇ, ਇਹਨਾਂ ਫਸਲਾਂ ਦੇ ਸਹਾਰੇ ਆ। ਉਹਨਾਂ ਕੋਲ ਹੋਰ ਹੈ ਕੁਛ ਨਹੀਂ। ਤੇ ਉਹ ਇਹਨਾਂ ਨੇ ਜੇ ਖੋਹ ਲਿਆ, ਉਹ ਵੀ ਖੋਹ ਲਿਆ, ਉਹ ਫਿਰ ਪਰੇਸ਼ਾਨੀ ਜਿਹੜੀ ਬਣਦੀ ਹੈ ਨਾ ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ, ਤੇ ਹੋਰ ਨੇੜੇ ਤੇੜੇ ਵਾਲੇ ਜਿਹੜੇ ਬਜ਼ੁਰਗ ਬੈਠੇ ਨੇ, ਆਸਲੀ ਬੈਠੇ ਨੇ, ਅੱਖਾਂ ਦੇ ਵਿੱਚੋਂ ਚਮਕ ਗਾਇਬ ਹੋ ਰਹੀ ਹੈ ਜਿਹੜੀ, ਜਿਨ੍ਹਾਂ ਦੀ ਉਹ ਚੀਜ਼ਾਂ ਨੂੰ ਦੇਖ ਕੇ ਬੰਦਾ ਭਾਵੁਕ ਹੋ ਜਾਂਦਾ ਹੈ। ਉਸ ਭਾਵੁਕਤਾ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਫੈਸਲਾ ਲੈਣ ਲਈ ਮਜਬੂਰ ਹੋ ਜਾਂਦਾ। ਹਾਲਾਂਕਿ ਉਹਨੇ ਕਿਹਾ ਸੀ ਵੀ ਮੈਂ ਘਰੇ ਮੁੜਾਂਗਾ, ਆਊਂਗਾ, ਪਰ ਆਇਆ ਨਹੀਂ ਗਿਆ। 19 ਸਾਲ ਦਾ ਬੇਟਾ, ਉਹਨੂੰ ਜਦੋਂ ਫੋਨ ਕੀਤਾ ਉਹਨੇ ਸਵੇਰੇ 7 ਵਜੇ ਉਹਨੂੰ ਪਤਾ ਲੱਗਿਆ, ਪਹਿਲਾਂ ਫੋਨ ਨਹੀਂ ਚੱਕਿਆ ਕਿਸੇ ਨੇ, ਫਿਰ ਜਦੋਂ ਪਤਾ ਲੱਗਿਆ ਤਾਂ ਉਹ ਵਿਸ਼ਵਾਸ ਵੀ ਨਹੀਂ ਆਇਆ ਪਰਿਵਾਰ ਨੂੰ। ਤਾਂ ਹੁਣ ਉਹ ਘਾਟਾ ਜਿਹੜਾ ਕਿ ਕੌਣ ਪੂਰਾ ਕਰੂਗਾ, ਕਿਹੜੀ ਸਰਕਾਰ ਪੂਰਾ ਕਰੂ, ਕਿਹੜੀ ਪਾਰਟੀ ਪੂਰਾ ਕਰੂਗੀ, ਉਹ ਦੱਸ ਦੇਵੇ। ਉੱਦਾਂ ਗੱਲਾਂ ਕਰਦੇ ਨੇ ਨਾ, ਅਸੀਂ ਕਿਸਾਨਾਂ ਦੇ ਨਾਲ ਆ, ਹੁਣ ਜਿਹੜੇ ਸ਼ਹੀਦ ਹੋ ਗਏ, ਕਿਹੜੇ ਕਿਸਾਨ ਦੀ ਸਾਰ ਲਈ ਜਾ ਰਹੀ ਹੈ? ਬਿਲਕੁਲ। ਕਿੰਨੀਆਂ ਕੁ ਹੋਰ ਸ਼ਹੀਦੀਆਂ ਕਰਵਾਉਣਗੇ ਇਹ? ਕਿੰਨੇ ਕੁ ਲੋਕਾਂ ਦੀ ਕੁਰਬਾਨੀ ਮੰਗੂਗਾ? ਹੁਣ ਪਤਾ ਨਹੀਂ ਹਲੇ ਸੰਘਰਸ਼ ਜਿਹੜਾ ਹੈਗਾ ਇਹ ਬੜਾ ਤਰਾਸਦੀ ਹੈ ਇੱਕ ਪਰ ਲੋਕ ਬੈਠੇ ਤਾਂ ਹੈ ਨੇ, ਪਰ ਸਰਕਾਰਾਂ ਫਿਰ ਉੱਥੇ ਦੀਆਂ ਉੱਥੇ ਇਹ ਆਪਣੀਆਂ ਡਫਲੀਆਂ ਵਜਾਉਂਦੇ ਫਿਰ ਰਹੇ ਨੇ। ਪੰਜਾਬ ਦੇ ਵਿੱਚ ਕਾਂਗਰਸ ਦੇਖ ਲਓ, ਬਾਕੀ ਪਾਰਟੀਆਂ ਦੇਖ ਲਓ, ਸੱਤਾ 'ਚ ਕਾਂਗਰਸ ਤੇ ਭਾਜਪਾ ਉੱਥੇ ਸੱਤਾ 'ਚ, ਉਹ ਆਪਣੀ ਡਫਲੀ ਵਜਾਈ ਜਾਂਦੀ ਹੈ। ਠੀਕ ਹੈ, ਇੱਥੇ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਕਿਉਂਕਿ ਜਦੋਂ ਕਿਸੇ ਦਾ ਮਰਦਾ ਤਾਂ ਉਹਦਾ ਮਰਦਾ, ਉਹਦੇ ਪਰਿਵਾਰ 'ਚ ਖਲਾਅ ਪੈਦਾ ਹੁੰਦਾ। ਇਹਨਾਂ ਦੇ ਕਿਹੜੇ ਪਰਿਵਾਰਾਂ 'ਚ ਖਲਾਅ? ਇਹ ਤਾਂ ਜਾ ਕੇ ਚਾਹ ਚੂ ਪੀ ਕੇ 4 ਬੰਦਿਆਂ ਨੂੰ ਸਗੋਂ ਮਿਲਦੇ ਨੇ ਵੀ ਅੱਛਾ 10 ਬੰਦਿਆਂ ਦਾ ਇਕੱਠ ਹੋ ਗਿਆ, ਉੱਥੇ ਚੱਲੀਏ। ਜਿਵੇਂ ਬੀਬੀ ਜਗੀਰ ਕੌਰ ਨੇ ਵੀ ਕਿਸਾਨੀ ਖੁਦਕੁਸ਼ੀਆਂ ਤੇ ਬਿਆਨ ਦਿੱਤਾ ਸੀਗਾ ਵੀ ਇਹ ਮੌਜ ਲੱਗ ਗਈ, ਇਹਨਾਂ ਤਾਂ ਪੈਸਾ ਮਿਲ ਜਾਂਦਾ। ਬਿਲਕੁਲ। ਤੇ ਇਹਨਾਂ ਨੂੰ ਕੀ ਫਰਕ ਪੈਂਦਾ? ਇਹ ਤਾਂ ਢੀਠ ਨੇ, ਇਹਨਾਂ ਨੂੰ ਤਾਂ ਬਸ ਸਿਰਫ ਤੇ ਸਿਰਫ ਵੋਟਾਂ ਦਿਖਦੀਆਂ ਨੇ। ਤੁਸੀਂ ਇਸ ਖੁਦਕੁਸ਼ੀ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕਾਂ ਦੇ ਦਿਮਾਗ ਦੇ ਉੱਤੇ ਕੀ ਅਸਰ ਪੈ ਰਿਹਾ ਖੇਤੀ ਕਾਨੂੰਨ ਦਾ। ਇੱਕ ਖੁਦਕੁਸ਼ੀ ਨਹੀਂ ਹੋਈ, ਬਥੇਰੀਆਂ ਖੁਦਕੁਸ਼ੀਆਂ ਵੀ ਹੋ ਰਹੀਆਂ। ਬਿਲਕੁਲ। ਤੇ ਉਹ ਹਲੇ ਲੋਕ ਇਹੋ ਜਿਹੇ ਨੇ ਡਫਰ, ਮੈਂ ਸੋਚਦਾ ਮੈਨੂੰ ਸ਼ਬਦ ਬੋਲਣੇ ਪੈ ਰਹੇ ਨੇ, ਮਾਫ ਕਰਨਾ, ਸੱਭਿਅਕ ਨਹੀਂ ਲੱਗਦਾ ਇੱਦਾਂ ਦੇ ਸ਼ਬਦ ਬੋਲਦਾ ਮੈਂ ਵੀ, ਮਰਿਆਦਾ ਵੀ ਨਹੀਂ ਕਹਿੰਦੀ ਕੋਈ ਇੱਦਾਂ ਬੋਲਿਆ ਜਾਵੇ। ਲੇਕਿਨ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਕੁਰਬਾਨ ਹੋ ਗਏ, ਜਿਹੜੀਆਂ ਜਾਨਾਂ ਕੁਰਬਾਨ ਹੋ ਗਈਆਂ, ਉਹਨਾਂ ਤੇ ਵੀ ਤੰਜ ਕੱਸਦੇ ਨੇ ਸੋਸ਼ਲ ਮੀਡੀਆ ਤੇ। ਬਿਲਕੁਲ। ਉਹਨਾਂ ਨੂੰ ਵੀ ਕਹਿੰਦੇ ਉਹਨੂੰ ਸ਼ਹੀਦ ਦਾ ਨਾਂ ਦੇ ਦਿੰਦੇ ਨੇ। ਹੱਦ ਹੈ। ਉਹ ਆਪਣੇ ਲਈ ਮਰ ਰਿਹਾ, ਉਹ ਪੇਟ ਤਾਂ ਤੁਹਾਡਾ ਵੀ ਭਰਦਾ, ਤੁਸੀਂ ਕੀ ਖਾਂਦੇ ਹੋ? ਦੱਸੋ ਨਾ ਸਾਹਮਣੇ ਆ ਕੇ ਵੀ ਅਸੀਂ ਤਾਂ ਖੇਤ 'ਚੋਂ ਪੈਦਾ ਹੋਏ ਕੁਝ ਖਾਂਦੇ ਨਹੀਂ। ਬਿਲਕੁਲ ਜੀ। ਤੁਸੀਂ ਰਹੇ ਹੋ ਜਿਉਂਦੇ, ਤੁਸੀਂ ਤਾਂ ਅੰਨ ਪੈਦਾ ਹੋ ਕੇ ਤੁਹਾਡੇ ਕੋਲ ਆ ਰਿਹਾ, ਉਹਦੇ ਵਿੱਚ ਖੇਤ ਮਜ਼ਦੂਰ ਦੀ, ਉਹਦੇ ਵਿੱਚ ਕਿਸਾਨ ਦੀ ਮਿਹਨਤ ਆ ਰਲੀ ਹੋਈ। ਉਹਨਾਂ ਦੋਵਾਂ ਤੋਂ ਬਿਨਾਂ ਕੁਝ ਨਹੀਂ ਹੁੰਦਾ। ਤੇ ਉਹਨਾਂ ਨੂੰ ਤੁਸੀਂ ਨਿੰਦੀ ਜਾਂਦੇ ਹੋ, ਉਹਨਾਂ ਦੀ ਜਾਨ ਚਲੀ ਗਈ, ਉਹਦੇ ਉੱਤੇ ਤੁਸੀਂ ਤੰਜ ਕੱਸਦੇ ਹੋ। ਮਤਲਬ ਕੀ ਕਹੀਏ ਹੁਣ ਇਹ ਜਿਹੇ ਲੋਕਾਂ ਨੂੰ? ਜੀ ਬਿਲਕੁਲ। ਪਰਮਿੰਦਰ ਜੀ, ਦੇਖੋ ਬੀਜੇਪੀ ਸਰਕਾਰ ਅੜੀ ਹੋਈ ਹੈ ਇਸੇ ਗੱਲ ਨੂੰ ਲੈ ਕੇ। ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਨੇ, ਅਸੀਂ ਸੋਧ ਕਰ ਦਿੰਦੇ ਹਾਂ। ਅਮੈਂਡਮੈਂਟ ਨੂੰ ਕਿਸਾਨ ਨਹੀਂ ਚਾਹੁੰਦੇ, ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਕਾਨੂੰਨ ਰੱਦ ਹੋਣ। ਬੀਜੇਪੀ ਸਰਕਾਰ ਦੇ ਵਿੱਚ ਆਪਸੀ ਫੁੱਟ ਤਾਂ ਹੈ, ਪਰ ਜਿਹੜੀ ਗੱਲ ਅਮੈਂਡਮੈਂਟ ਦੀ ਹੈ ਨਾ, ਜਦੋਂ ਮੰਨ ਲਓ ਦਰਜੀ ਕੱਪੜਾ ਆ, ਕੋਈ ਦਰਜੀ ਸੀਂਦਾ ਹੈ, ਉਹਦੇ ਕੋਲ ਕੋਈ ਲੈ ਕੇ ਆਉਂਦਾ ਵੀ ਇਹਦੇ 'ਚ ਕਮੀ ਹੈ, ਦਰਜੀ ਕੀ ਕਰਦਾ ਕਿ ਲਿਆਓ ਜੀ ਠੀਕ ਕਰ ਦੇਣਾ ਮੈਂ, ਉਹ ਅਮੈਂਡਮੈਂਟ ਹੋ ਗਈ ਜੀ। ਉਹ ਕੱਟ ਵੱਢ ਕਰਕੇ ਦੁਬਾਰੇ ਸੀਨ ਮਾਰ ਕੇ ਉਹਨੂੰ 2 4 6 ਘੰਟੇ ਲਾ ਕੇ ਦਿੰਦਾ ਹੈ। ਹਾਲਾਂਕਿ ਉਹ ਮਾਹਰ ਐਕਸਪਰਟ ਹੈ, ਠੀਕ ਹੈ ਨਾ, ਲੇਕਿਨ ਜਿਸ ਨੇ ਯੂਜ਼ ਕਰਨਾ ਹੈ ਉਹ ਆ ਕੇ ਉਹਦੀ ਗਲਤੀ ਕੱਢ ਰਿਹਾ। ਠੀਕ ਹੈ ਨਾ, ਯਾਨੀ ਕਿ ਉਹ ਫਿਰ ਲੈ ਕੇ ਵੀ ਜਾਊਗਾ, ਫਿਰ ਉਹ ਜਾਂਦਾ ਹੋਇਆ ਕਹੂਗਾ ਵੀ ਪੱਟੀ ਮੇਸ ਕਰਤੀ ਨੇ ਕੱਪੜੇ ਦੀ ਮੇਰੇ ਦੀ।
ਜਿਹਨੇ ਪਹਿਨਣਾ ਜਿਹਨੇ ਵਰਤਣਾ ਉਹ ਦੱਸਦਾ। ਬਿਲਕੁਲ ਆ ਜੇ ਹੁਣ ਅਮੈਂਡਮੈਂਟ ਲਈ ਸਰਕਾਰ ਤਿਆਰ ਹੋ ਰਹੀ ਹੈ ਤਾਂ ਇਹਦਾ ਮਤਲਬ ਪਤਾ ਹੈ ਕਿ ਸਾਡੀਆਂ ਕਮੀਆਂ ਨੇ ਇਹ 'ਚ। ਬਿਲਕੁਲ ਤਾਂ ਫਿਰ ਉਹ ਤਾਂ ਰੁਜ਼ਗਾਰ ਹੈ, ਉਹ ਤਾਂ ਜੀਵਨ ਹੈ, ਉਹ ਕੱਪੜਾ ਤਾਂ ਹੈ ਨਹੀਂ ਵੀ ਚਲੋ ਬੰਦਾ ਇੱਕ ਵਾਰ ਪਾ ਕੇ ਛੱਡ ਦੂਗਾ ਉਹਨੂੰ। ਬਿਲਕੁਲ ਜੇ ਜਦੋਂ ਅਮੈਂਡਮੈਂਟ ਦੀ ਗੱਲ ਮੰਨ ਰਹੇ ਨੇ ਇਹਦਾ ਮਤਲਬ ਗਲਤ ਹੈ ਤੇ ਉਹਨੂੰ ਰੱਦ ਕਰੋ। ਬਿਲਕੁਲ ਇਹ ਰੱਦ ਨਹੀਂ ਕਰਨ ਜਾ ਰਹੇ। ਅਮੈਂਡਮੈਂਟ ਕਰਨ ਦੀ ਗੱਲ, ਸੋਧ ਕਰਨ ਦੀ ਗੱਲ ਤਾਂ ਆਉਂਦੀ ਹੈ ਜੇ ਉਹਦੇ ਵਿੱਚ ਕਮੀ ਹੈ। ਜੇ ਨਜ਼ਰ ਆ ਰਹੀ ਹੈ ਇਹਨਾਂ ਨੂੰ ਕਮੀ ਤਾਂ ਅਮੈਂਡਮੈਂਟ ਨਹੀਂ ਮੰਨ ਰਹੇ ਨੇ, ਜੇ ਮੰਨ ਰਹੇ ਨੇ ਤਾਂ ਫਿਰ ਉਹ ਰੱਦ ਕਰਨਾ ਚਾਹੀਦਾ। ਉਹ 'ਚ ਅਮੈਂਡਮੈਂਟ ਕਿਉਂ? ਹਾਂ, ਰੱਦ ਕਰਨਾ ਚਾਹੀਦਾ। ਪਰ ਪਰਮਿੰਦਰ ਜੀ ਦੇਖੋ, ਬੀਜੇਪੀ ਸਰਕਾਰ ਦੀ ਆਪਸੀ ਗੁੱਟ ਵੀ ਸਾਹਮਣੇ ਹੁਣ ਤਾਂ ਆ ਚੁੱਕੀ ਹੈ ਨਾ ਇਸ ਨੂੰ ਲੈ ਕੇ, ਜਿੰਨੇ ਵੀ ਅਲੱਗ-ਅਲੱਗ ਨੇਤਾ ਨੇ, ਕਿਉਂਕਿ ਕਿਹਾ ਜਾਂਦਾ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਇਹ ਹੁਣ ਬੀਜੇਪੀ ਸੁਪਰੀਮੋ ਬਣੇ ਹੋਏ ਨੇ। ਜੋ ਇਹ ਚਾਹੁੰਦੇ ਨੇ, ਜੋ ਇਹ ਕਰਦੇ ਨੇ ਉਹ ਕੁਛ ਹੁੰਦਾ। ਜੋ ਦੂਜੇ ਹੋਰ ਲੀਡਰ ਨੇ, ਦੂਜੇ ਨੰਬਰ ਦੇ ਲੀਡਰ ਨੇ, ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ ਤੇ ਉਹਨਾਂ ਦੀ ਇਹਨਾਂ ਦੋ ਲੀਡਰਾਂ ਨਾਲ ਜੋ ਫੁੱਟ ਹੈ ਹੁਣ ਤਾਂ ਜੱਗ ਜ਼ਾਹਿਰ ਹੋ ਚੁੱਕੀ ਹੈ। ਜੇਕਰ ਗੱਲ ਕਰੀਏ ਯੂਪੀ ਦੀ, ਯੂਪੀ 'ਚ ਵੀ ਇੱਕ ਸਾਬਕਾ MLA ਨੇ ਉੱਥੋਂ ਦੇ, ਉਹ ਹੁਣ ਯੋਗੀ ਤੇ ਉਹਨਾਂ ਦੇ ਨਿਸ਼ਾਨਾ ਸਾਧਿਆ। ਉਹ ਕਹਿੰਦੇ ਮੈਂ ਫਿਰ ਆਪਣਾ ਉਹਨੂੰ ਅੰਮ੍ਰਿਤ ਕਾਹਨੂੰ ਕਹਾਵਾਂ, ਉਹਨਾਂ ਨੇ ਯੋਗੀ ਨੂੰ ਜੋ ਸ਼ਬਦ ਦਿੱਤਾ ਤੁਸੀਂ ਦੱਸਿਓ ਉਹ ਕਿ ਮੈਂ ਉਹਨੂੰ ਅੰਮ੍ਰਿਤ ਤੇਜ਼ਾਬ ਨੂੰ ਜੀ। ਤੇ ਦੇਖੋ ਯੋਗੀ ਸਰਕਾਰ, ਹਾਲਾਂਕਿ ਪਹਿਲਾਂ ਸੈਂਟਰ ਨੇ ਨਾਮ ਸੁਜੈਸਟ ਕੀਤੇ ਸੀ ਯੋਗੀ ਨੂੰ ਕਿ ਭਾਈ ਆਹ ਸਾਡੇ ਬੰਦੇ ਨੇ, ਤੁਸੀਂ ਇਹਨੂੰ ਕੈਬਨਿਟ 'ਚ ਲੈ ਲਓ। ਯੋਗੀ ਨੇ ਜਵਾਬ ਦਿੱਤਾ ਸੀ ਮੋਦੀ ਤੇ ਸ਼ਾਹ ਨੂੰ, ਉੱਥੋਂ ਫੁੱਟ ਜ਼ਾਹਿਰ ਹੋਈ ਸੀ ਇੱਕ ਵਾਰ ਇਹਨਾਂ ਦੀ। ਤੇ ਹੁਣ ਜੋ ਇਹ ਬੋਲਦੇ ਹੋਏ ਧੜੇ ਦੇ ਬੰਦੇ ਨੇ, ਇਹ ਉਸ ਧੜੇ 'ਚ ਦੱਸੇ ਜਾਂਦੇ ਨੇ ਅਮਿਤ ਸ਼ਾਹ ਬੰਦੇ ਕਿ ਤੁਸੀਂ ਅਮਿਤ ਸ਼ਾਹ ਧੜਾ ਯੋਗੀ ਦੇ ਖਿਲਾਫ ਹੈ। ਇਹ ਗੱਲਾਂ ਹੁਣ ਸਾਹਮਣੇ ਆਉਂਦੀਆਂ ਨੇ ਨਿਕਲ ਕੇ। ਅੱਜ ਇੱਥੋਂ ਤੱਕ ਵੀ ਗੱਲ ਚੱਲਦੀ ਹੈ ਕਿ ਜੇ ਲਖੀਮਪੁਰ ਕਾਂਡ ਵਾਪਰਿਆ ਸੀ, ਉਹਦੇ ਦੋਸ਼ੀ ਸੀ ਜੋ ਉਹ ਸ਼ਾਹ ਧੜੇ ਦੇ ਸੀ, ਉਹਨਾਂ ਨੇ ਜਾਣ ਕੇ ਸਭ ਕੁਛ ਇਹ ਕਰਾਇਆ ਸੀ ਯੋਗੀ ਨੂੰ ਬਦਨਾਮ ਕਰਨ ਦੇ ਲਈ। ਤਾਂ ਫਿਰ ਸਮਝੀਏ ਕਿ ਯੋਗੀ ਦੇ ਆਪਸੀ ਉਹਨਾਂ ਦੇ ਆਪਣੇ ਬੰਦਿਆਂ ਦਾ ਯੋਗੀ ਦੇ ਖਿਲਾਫ ਹੋਣਾ ਯੂਪੀ ਦੀਆਂ ਚੋਣਾਂ ਤੇ ਕਿਸਾਨੀ ਅੰਦੋਲਨ ਕਿੱਥੋਂ ਤੱਕ ਪ੍ਰਭਾਵਿਤ ਕਰੂਗਾ ਇਹ ਯੋਗੀ ਸਰਕਾਰ ਨੂੰ? ਦੇਖੋ, ਯੋਗੀ ਸਰਕਾਰ ਨੂੰ ਇਕੱਲੇ ਯੋਗੀ ਨੂੰ ਨਹੀਂ, ਬੀਜੇਪੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਹ ਨਹੀਂ ਪਤਾ ਕਿ ਏਡਾ ਕਿੱਡਾ ਕੁ ਰੱਸਾ ਇਹਨਾਂ ਨੇ ਗਲ 'ਚ ਪਾਇਆ ਹੈ ਮੋਦੀ ਉਹਨਾਂ ਦੇ ਜਿਹੜੇ ਕਾਰਪੋਰੇਟ ਘਰਾਣੇ ਨੇ, ਕਿੱਡਾ ਕੁ ਵੱਡਾ ਰੱਸਾ ਗਲ 'ਚ ਪਾ ਰੱਖਿਆ ਵੀ ਜੇ ਰੱਦ ਹੁੰਦੇ ਆ ਤਾਂ ਉਹ ਰੱਸਾ ਇਹਨਾਂ ਦਾ ਫਾਹਾ ਬਣ ਦਿੰਦਾ। ਇਹ ਗੱਲ ਸਮਝ ਨਹੀਂ ਆ ਰਹੀ ਕਿ ਜਦੋਂ ਐਡਾ ਵੱਡਾ ਪ੍ਰਭਾਵ ਛੱਡ ਰਿਹਾ ਅੰਦੋਲਨ, ਐਡੇ ਵੱਡੇ ਲੈਵਲ ਤੇ ਪਹੁੰਚ ਗਿਆ ਦੇਸ਼ ਭਰ ਦੇ ਵਿੱਚ, ਕੀ ਬਾਹਰਲੇ ਦੇਸ਼ਾਂ ਦੇ ਵਿੱਚ, ਦੂਜੇ ਵਿਦੇਸ਼ਾਂ ਦੇ ਵਿੱਚ ਕਹਿ ਲਓ ਆਪਾਂ, ਦੂਜੇ ਦੇਸ਼ਾਂ ਦੇ ਵਿੱਚ ਮੋਦੀ ਸਰਕਾਰ ਦੀ ਜਿਹੜੀ ਹੈਗੀ ਆ ਉਹ ਬਦਨਾਮੀ ਹੋ ਚੁੱਕੀ ਹੈ। ਪਾਰਲੀਮੈਂਟਾਂ 'ਚ ਮਤੇ ਪੈ ਚੁੱਕੇ ਨੇ, ਦੁਨੀਆ ਭਰ ਦੇ ਵਿੱਚ ਲੋਕ ਨੇ ਜਿਹੜੇ ਉਹਦਾ ਵਿਰੋਧ ਕਰਦੇ ਨੇ, ਮੀਡੀਆ ਵਿਰੋਧ ਕਰਦਾ, ਲੇਖ ਛਾਪਦੇ ਨੇ, ਵੱਡੇ ਵੱਡੇ ਲੋਕ, ਇੰਜੀਨੀਅਰ, ਡਾਕਟਰ, ਪੜ੍ਹੇ ਲਿਖੇ, ਬੁੱਧੀਜੀਵੀ, ਪਿੰਡਾਂ ਦੇ ਲੋਕ ਜਿਹੜੇ ਪੜ੍ਹੇ ਨਹੀਂ, ਕੋਈ ਵੀ ਵਰਗ ਐਸਾ ਨਹੀਂ, ਮੁਲਾਜ਼ਮ ਵਰਗ, ਮਜ਼ਦੂਰ ਵਰਗ, ਕਿਸਾਨ ਵਰਗ, ਕੋਈ ਐਸਾ ਵਰਗ ਨਹੀਂ ਜਿਹੜਾ ਬੰਦਾ ਮੋਦੀ ਦੀ ਇਸ ਕਾਰਸਤਾਨੀ ਨੂੰ ਕਹਿ ਸਕਦੇ ਆਪਾਂ, ਕਾਰਨਾਮੇ ਨੂੰ ਸਹੀ ਠਹਿਰਾਉਂਦਾ ਹੋਵੇ ਜੀ। ਲੇਕਿਨ ਫਿਰ ਵੀ ਇਹਨਾਂ ਤੇ ਅਸਰ ਨਹੀਂ ਪੈ ਰਿਹਾ। ਤੇ ਹੁਣ ਭਾਜਪਾ ਦੇ ਅੰਦਰ ਵਿਰੋਧ ਹੋਣਾ ਤਾਂ ਲਾਜ਼ਮੀ, ਲੋਕਾਂ 'ਚ ਤਾਂ ਜਾਣਾ ਹੀ ਹੈ ਨਾ। ਪਹਿਲਾਂ ਤਾਂ ਪੰਜਾਬ ਤੱਕ ਸੀਮਿਤ ਸੀ ਕਹਿ ਦਿੰਦੇ ਸੀ, ਫਿਰ ਹਰਿਆਣਾ ਤੱਕ ਸੀਮਿਤ ਕਹਿ ਦਿੰਦੇ ਸੀਗੇ, ਹੁਣ ਤਾਂ ਦੇਸ਼ ਭਰ ਦੇ ਵਿੱਚ ਫੈਲ ਰਿਹਾ ਹੈ। ਜਿਵੇਂ ਆਪਾਂ ਕਹਿ ਲਓ ਕਿ ਇੱਕ ਮਹਾਮਾਰੀ ਦਾ ਰੂਪ ਕਹਿ ਲਓ ਬਣਦੀ ਹੈ ਇਹ ਅੰਦੋਲਨ। ਮੋਦੀ ਵਾਸਤੇ ਮਹਾਮਾਰੀ, ਬੀਜੇਪੀ ਵਾਸਤੇ ਮਹਾਮਾਰੀ ਬਣੂ। ਇਹ ਉਹ ਚੀਜ਼ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਆਪਸੀ ਫੁੱਟ ਤਾਂ ਇਹਨਾਂ ਦੀ ਹੈ ਹੀ ਹੈ ਕਿ ਜਦੋਂ ਇਹ ਆਪਣੇ ਆਪ ਨੂੰ ਚਾਹੁੰਦੇ ਨੇ, ਇਹ ਹੁਣ ਮੋਦੀ ਤੇ ਸ਼ਾਹ ਜਿਹੜੇ ਹੈਗੇ ਨੇ, ਇਹਨਾਂ ਦੇ ਵਿਚਕਾਰ ਤੀਜਾ ਕੋਈ ਦਿਖਦਾ ਕਦੇ? ਜਿੱਥੇ ਵੀ ਜਾਂਦੇ ਨੇ ਇਹੀ ਨੇ। ਕੋਈ ਵੱਡਾ ਸਮਾਗਮ ਹੋਵੇ, ਕੋਈ ਵੱਡਾ ਸੰਮੇਲਨ ਹੋਵੇ, ਕੋਈ ਮਨ ਕੀ ਬਾਤ ਹੈ, ਕੋਈ ਕਿਸੇ ਹੋਰ ਚੀਜ਼ ਦੀ ਬਾਤ ਹੈ, ਸਾਰੀ ਆਪਦੀ ਆਪ ਕਰ ਰਹੇ ਨੇ। ਕੋਈ ਤੀਜਾ ਲੀਡਰ ਨਹੀਂ ਦਿਖਦਾ। ਜਿੱਥੇ ਜਿੱਥੇ ਬਿਠਾ ਰੱਖੇ ਨੇ, ਸ਼ਾਂਤ ਬਿਠਾ ਰੱਖੇ ਨੇ, ਆਪਣਾ ਕੰਮ ਕਰਨਾ ਕਰੋ, ਨਹੀਂ ਕਰਨਾ ਚੁੱਪ ਕਰਕੇ ਬੈਠੋ, ਬੋਲਣਾ ਨਹੀਂ। ਹਰ ਇੱਕ ਨੂੰ ਪਤਾ ਕਿ ਮੈਨੂੰ ਕੀ ਲੈਣਾ, ਮੈਂ ਆਪਣਾ ਆਰਾਮ ਨਾਲ 5 ਸਾਲ 7 ਸਾਲ ਜਿਹੜੇ ਹੈਗੇ ਨੇ ਖੰਡਾਵਾਂ, ਬਾਕੀ ਬਾਅਦ 'ਚ ਦੇਖੀ ਜਾਓ। ਉਹ ਸ਼ਾਂਤ ਬੈਠੇ ਨੇ, ਉਹਨਾਂ ਨੂੰ ਪਤਾ ਹੈ, ਮਾਫ ਕਰਿਓ, ਲੋਕਾਂ ਦੀ ਤਸਵੀਰ ਸਮਝ ਚੁੱਕੇ ਨੇ ਇਹ ਪੋਲੀਟਿਕਸ, ਚਾਹੇ ਪੰਜਾਬ ਦੇ ਲੋਕ ਨੇ ਚਾਹੇ ਬਾਕੀ ਦੇ। ਉਹਨਾਂ ਨੂੰ ਪਤਾ ਹੈ ਕਿ ਨੇੜੇ ਜੇ ਜਾ ਕੇ ਲੋਕਾਂ ਦੇ ਵਿੱਚ ਵਿਚਰੋ, ਲੋਕਾਂ ਦੀਆਂ ਗੱਲਾਂ ਸੁਣੋ, ਲੋਕਾਂ ਨੂੰ ਜੱਫੀਆਂ ਪਾ ਲਓ, ਲੋਕਾਂ ਦੀਆਂ ਚਾਹਾਂ ਪੀ ਲਓ, ਲੋਕਾਂ ਦੇ ਕੋਲ ਬੈਠ ਕੇ ਰੋਟੀ ਖਾ ਲਓ, ਲੋਕਾਂ ਦੀ ਗੱਲ ਕਰ ਲਓ, ਲੋਕਾਂ ਦੀ ਬਿਆਨ ਦੇ ਦਿਓ, ਮੁੱਦੇ ਚੱਕ ਲਓ। ਉਹ ਭੜਕ ਜਾਂਦੇ ਨੇ ਲੋਕ, ਵੋਟਾਂ ਪਾ ਜਾਂਦੇ ਨੇ, 4 ਸਾਲ ਫਿਰ ਕੁੱਟੋ ਇਹਨਾਂ ਨੂੰ, ਦੱਬ ਕੇ ਕੁੱਟੋ, ਨੇਰੀ ਲਿਆਈ ਰੱਖਦੇ ਨੇ। ਤੇ ਲੋਕ ਸਮਝਦੇ ਨਹੀਂ, ਹਰ 10 ਦਿਨਾਂ ਬਾਅਦ ਭੁੱਲ ਜਾਂਦੇ ਨੇ ਗੱਲ। ਇਹ ਲੋਕਾਂ ਦਾ ਕਸੂਰ ਹੁੰਦਾ। ਹੁਣ ਜੋਗੀ ਤੇ ਸ਼ਾਹ ਦਾ ਜਿਹੜਾ ਤੁਸੀਂ ਗੱਲ ਕੀਤੀ ਹੈ, ਪਾੜ ਤਾਂ ਪਿਆ ਹੋਇਆ ਸਾਰੇ ਕਿਤੇ ਪਿਆ ਹੈ ਇਹਨਾਂ ਦਾ। ਤੇ ਹੁਣ ਜਿਹੜਾ ਰਾਮ ਇਕਬਾਲ ਸਿੰਘ ਹੈ ਜਿਹਦੀ ਗੱਲ ਤੁਸੀਂ ਕਰ ਰਹੇ ਸੀ, ਉਹਨੇ ਸ਼ਰੇਆਮੀ ਬਗਾਵਤ ਕੀਤੀ ਇੱਕ ਤਰ੍ਹਾਂ ਨਾਲ ਜੀ। ਮੋਦੀ ਨੂੰ ਵੀ ਘੇਰਿਆ ਕਿਸਾਨਾਂ ਦੇ ਮਸਲੇ ਤੇ,
ਤੇ ਦੂਜੀ ਗੱਲ ਉਹਨੇ ਜੋਗੀ ਨੂੰ ਕਹਿ ਵੀ ਦਿੱਤਾ ਕਿ ਜੇ ਇਹਨੂੰ ਹਟਾ ਵੀ ਦਿੱਤਾ ਜਾਵੇ ਸੱਤਾ ਤੋਂ ਤਾਂ ਨਾਰਾਜ਼ ਹੋ ਕੇ ਸਾਧੂ ਬਣ ਜਾਊਗਾ ਫਿਰ। ਉਹਦੇ ਕੋਲ ਤਾਂ ਆਪਸ਼ਨ ਹੈ ਹੀ ਸਾਧੂ ਸੀ। ਹਾਲਾਂਕਿ ਜਿਹੜੇ ਉਹਦੇ ਚੋਂ ਆਇਆ ਉਹ ਮੱਠ ਚੋਂ ਜਾਂ ਜਿਹੜੇ ਵੀ ਉਹਦੀ ਸੰਪਰਦਾ ਵਗੈਰਾ ਹੈਗੀ ਆ ਉਹਦੇ ਵਿੱਚ ਇਹ ਸਾਰਾ ਕੁਝ ਹੈ ਨਹੀਂ, ਸਿਆਸਤ ਵਗੈਰਾ ਫਿਰ ਵੀ ਉਹ ਮੁੱਖ ਮੰਤਰੀ ਬਣਾ ਬੈਠਾ ਹੈ। ਉਹਨਾਂ ਨੇ ਕਿਹਾ ਸਾਧੂ ਬਣ ਜਾਣਾ ਇਹ। ਉਹ ਕਹਿੰਦਾ ਮੈਂ ਤੇਜ਼ਾਬ ਨੂੰ ਅੰਮ੍ਰਿਤ ਕਿਵੇਂ ਕਹਿਦਾ, ਜਾਣੀ ਕਿ ਉਹਨਾਂ ਜੋਗੀ ਨੂੰ ਕਿਹਾ ਵੀ ਇਹ ਤੇਜ਼ਾਬ ਹੈ ਇਹ। ਉਹ ਕਹਿੰਦਾ ਇੱਕ ਸਾਧੂ ਕਹਾਉਂਦਾ ਹੈ ਤੇ ਸ਼ਰਾਬ ਦੀ ਵਿਕਰੀ ਦੀ ਗੱਲ ਕਰਤੀ ਉਹਨੇ, ਕਹਿੰਦਾ ਸ਼ਰਾਬ ਵੀ ਵਿਕਰੀ ਹੈ ਇਹਦੇ ਰਾਜ ਦੇ ਵਿੱਚ। ਠੀਕ ਹੈ, ਤੇ ਮਤਲਬ ਕਹਿ ਲਓ ਭਾਜਪਾ ਦੇ ਅੰਦਰੂਨੀ ਵਿਰੋਧ ਵੀ ਹੋ ਰਿਹਾ ਵੀ ਕਿਸਾਨਾਂ ਦੀ ਗੱਲ ਸੁਣੀ ਕਿਉਂ ਨਹੀਂ ਜਾ ਰਹੀ। ਲੇਕਿਨ ਉਹੀ ਕਹਿ ਰਿਹਾ ਵੀ ਐਸੀ ਕਿਹੜੀ ਪਕੜ ਜਕੜ ਕਹਿ ਲਓ ਕਾਰਪੋਰੇਟਾਂ ਨੇ ਪਾਈ ਹੋਈ ਹੈ ਸ਼ਾਹ ਤੇ ਮੋਦੀ ਦੇ। ਮੋਦੀ ਦੀ ਤਾਂ ਚਲੋ ਗੱਲ ਛੱਡੋ, ਮੈਨੂੰ ਲੱਗਦਾ ਕਿ ਸ਼ਾਹ ਦੀ ਕਰੀ ਧਰੀ ਹੈ ਸਾਰਾ ਕੁਛ ਹੀ, ਕਿਉਂਕਿ ਜਿੰਨਾ ਕੁ ਪੈਸਾ ਉਹਨਾਂ ਨੇ ਇਕੱਠਾ ਕਰ ਲਿਆ ਉਹ ਸ਼ਾਹ ਨੇ ਉਹ ਮੇਰੇ ਖਿਆਲ ਪੀੜ੍ਹੀਆਂ ਦਾ ਚੱਲੀ ਜਾਣਾ ਉਹਦਾ। ਤੇ ਉਹ ਚੀਜ਼ ਹੈ। ਅੰਬਾਨੀ ਵਰਗੇ ਦੇਸ਼ ਜਿਹੜਾ ਹੈਗੇ ਉਹ ਇੱਧਰੋਂ ਛੱਡ ਕੇ ਆਪਣਾ ਲੰਡਨ ਵਗੈਰਾ 'ਚ ਘਰ ਬਣਾ ਰਹੇ ਨੇ, 500 ਪਤਾ ਨਹੀਂ ਕਿੰਨੇ ਕਰੋੜ ਰੁਪਏ ਲਾ ਕੇ ਉਹਨਾਂ ਨੇ ਬੰਗਲਾ ਬਣਾ ਲਿਆ ਤੇ ਉੱਧਰ ਸ਼ਿਫਟ ਕਰਨ ਦੀ ਸੋਚ ਰਹੇ। ਜਾਣੀ ਕਿ ਉਹਨਾਂ ਨੂੰ ਪਤਾ ਹੈ ਕਿ ਅੰਦੋਲਨ ਦਾ ਅਸਰ ਪੈ ਰਿਹਾ ਹੈ, ਪਰ ਬਿਜ਼ਨਸ ਉਹਨਾਂ ਨੇ ਇੱਥੇ ਹੀ ਕਰਨਾ ਹੈ, ਇਹਨਾਂ ਲੋਕਾਂ ਦੇ ਸਿਰ ਤੇ ਕਰਨਾ ਹੈ। ਅੱਜ ਇਹ ਸ਼ਾਹ ਹੈ, ਕੱਲ੍ਹ ਨੂੰ ਹੋਰ ਸ਼ਾਹ ਬਣ ਜੂ, ਅੱਜ ਇਹ ਮੋਦੀ ਹੈ, ਕੱਲ੍ਹ ਨੂੰ ਹੋਰ ਮੋਦੀ ਬਣ ਜੂ। ਉਹਨਾਂ ਨੇ ਤਾਂ ਪੈਸੇ ਨਾਲ ਖਰੀਦਣੇ ਨੇ, ਬੰਦੇ ਖਰੀਦੀ ਜਾਣੇ ਨੇ। ਸੋ ਇਹ ਵਿਰੋਧ ਹੈ ਜਿਹੜਾ ਭਾਜਪਾ ਦਾ, ਇਹ ਕਿਤੇ ਨਾ ਕਿਤੇ ਹੁਣ ਲੈ ਬੈਠੂਗਾ ਭਾਜਪਾ ਨੂੰ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਯੂਪੀ ਦੇ ਵਿੱਚ ਹੋਣੀਆਂ, ਉੱਥੇ ਵੀ ਜੋਗੀ ਵੀ ਜਿਹੜਾ ਹੈਗਾ ਸਟਰੋਂਗ ਪਾਵਰ ਬਣੀ ਬੈਠਾ ਆਪਣੇ ਆਪ ਦੇ ਵਿੱਚ। ਉਹ ਕਹਿੰਦਾ ਵੀ ਮੇਰੇ ਪਿੱਛੇ RSS ਦਾ ਹੱਥ ਹੈਗਾ। RSS ਮੋਦੀ ਔਰ ਸ਼ਾਹ ਨੂੰ ਕਿਤੇ ਨਾ ਕਿਤੇ ਲਾਂਭੇ ਕਰਨਾ ਚਾਹੁੰਦੀ ਹੈ। ਮਹਾਰਾਸ਼ਟਰ ਦੇ ਵਿੱਚ ਤੁਸੀਂ ਦੇਖਿਆ ਫੜਨਵੀਸ ਦੇ ਉੱਤੇ ਕਿੱਡਾ ਇਲਜ਼ਾਮ ਲੱਗਿਆ। ਫੜਨਵੀਸ ਦੇ ਉੱਤੇ ਉਹ ਮਲਿਕ ਨੇ ਲਾਤਾ। 14 ਕਰੋੜ ਰੁਪਏ ਦੀ ਰਾਸ਼ੀ ਨਕਲੀ ਫੜੀ ਗਈ, ਉਹਨੂੰ 8 ਲੱਖ ਦੇ ਵਿੱਚ ਦਿਖਾਤਾ। ਉਹ ਏਡੇ ਘਪਲੇ ਕਰਨ ਵਾਲੇ ਲੋਕ ਨੇ। ਪੰਜਾਬ ਆਪਾਂ ਕਿੱਥੇ ਸੋਚਦੇ ਹਾਂ, ਪੰਜਾਬ ਦਾ ਕੁਛ ਵੀ ਨਹੀਂ। ਪੰਜਾਬ 'ਚ ਕੀ ਆ, ਜੇ ਘਪਲਾ ਕਰ ਵੀ ਲਓ ਇੱਥੇ ਜੋਗੀ ਕਿੱਡਾ ਕੁ ਬੜਾ ਘਪਲਾ ਕਰ ਲਓ, ਜਾਂ ਮੋਦੀ ਆਪਣਾ ਸ਼ਾਹ, ਇੱਥੇ ਕੀ ਹੈ, ਕੁਛ ਨਹੀਂ ਹੈਗਾ। ਉਹਨਾਂ ਨੇ ਤਾਂ ਉਹ ਸਟੇਟਾਂ ਦੇਖਣੀਆਂ ਨੇ, ਉੱਥੋਂ ਅਰਬਾਂ ਕਰੋੜਾਂ ਦਾ ਫੰਡ ਆਉਂਦਾ ਦਿਨ ਪੁੱਜ, ਉਹ ਦੇਖਣੇ ਨੇ ਉਹਨਾਂ ਨੇ ਤਾਂ। ਜਿਹਨੂੰ ਫਾਈਨਾਂਸ ਜਿਹਨੂੰ ਰਾਜਧਾਨੀ ਕਿਹਾ ਜਾਂਦਾ, ਆਰਥਿਕ ਰਾਜਧਾਨੀ ਕਿਹਾ ਜਾਂਦਾ, ਉਹਨਾਂ ਨੇ ਚੀਜ਼ਾਂ ਨੂੰ ਦੇਖਣਾ, ਦਿੱਲੀ ਦੇਖਣਾ। ਉਹ ਕਾਰਪੋਰੇਟ ਘਰਾਣੇ ਕਬਜ਼ੇ 'ਚ ਕਰਨੇ ਨੇ। ਪੰਜਾਬ ਨੂੰ ਤਾਂ ਗਿਰਵੀ ਰੱਖਿਆ ਹੋਇਆ ਇਹਨਾਂ ਨੇ, ਜਿਹਨੂੰ ਮਰਜ਼ੀ ਭੇਜ, ਜਿਹੜਾ ਮਰਜ਼ੀ ਵੜ ਜਾਏਗਾ ਕਿ ਲੁੱਟ ਲੈ। ਪੰਜਾਬ ਦਾ ਬੰਦਾ ਕਿਤੇ ਜ਼ਮੀਨ ਨਹੀਂ ਖਰੀਦਦਾ, ਇੱਥੇ ਜਿਹਨੂੰ ਮਰਜ਼ੀ ਕਿਸੇ ਨੇ ਪਲਾਟ ਲੈਣਾ ਉਹ ਮਿਲ ਜੂ, ਕਿਸੇ ਨੇ ਜ਼ਮੀਨ ਐਕਵਾਇਰ ਕਰਨੀ ਆ, ਉਹ ਕਿਸੇ ਨੇ ਸੜਕ ਬਣਾਉਣੀ ਆ ਉਹ ਪੱਟ ਦੋ, ਕਿਸੇ ਨੇ ਦਰਖਤ ਪੱਟਣੇ ਨੇ ਪੱਟ ਦੋ। ਪੰਜਾਬ ਦੇ ਵਿੱਚ ਕੋਈ ਵੀ ਆ ਕੇ ਕਿਸੇ ਤਰ੍ਹਾਂ ਵੀ ਕਬਜ਼ਾ ਕਰ ਸਕਦਾ ਜੀ। ਸੋ ਇਹ ਅੰਦੋਲਨ ਜਿਹੜਾ ਚੱਲਿਆ ਇਹਦਾ ਅਸਰ ਪੈ ਰਿਹਾ। ਤੇ ਹੋ ਸਕਿਆ ਜੇ ਭਾਜਪਾ ਦਾ ਇੱਦਾਂ ਵਿਰੋਧ ਹੁੰਦਾ ਰਿਹਾ ਤਾਂ ਜੋਗੀ ਜਿਹੜਾ ਹੈਗਾ ਉਹ ਛੇਤੀ ਸੱਤਾ ਤੋਂ ਲਾਂਭੇ ਹੋ ਸਕਦਾ ਉਹ। ਬਿਲਕੁਲ ਪਰਮਿੰਦਰ ਜੀ, ਹੁਣ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ। ਦੇਖੋ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਰਾਹ ਚੱਲ ਰਹੀ ਸੀ, ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਫਿਰ ਕਿਹਾ ਜਾ ਰਿਹਾ ਕਿ ਚੰਨੀ ਤੇ ਸਿੱਧੂ ਦਾ ਸਮਝੌਤਾ ਹੋ ਗਿਆ। ਪ੍ਰੈਸ ਕਾਨਫਰੰਸ ਉਹਨਾਂ ਨੇ ਲਾਈਵ ਕੀਤੀ, ਲੋਕਾਂ ਨੂੰ ਦਿਖਾਇਆ ਕਿ ਅਸੀਂ ਇਕੱਠੇ ਹਾਂ। ਉਸ ਤੋਂ ਬਾਅਦ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਤੇ ਕਾਰਗੁਜ਼ਾਰੀ ਕਾਫੀ ਚੰਗੀ ਉਹਨਾਂ ਦੀ ਸਹਿਲਾਈ ਆ ਰਹੀ ਕਿ ਭਾਈ ਰਾਜਾ ਵੜਿੰਗ ਚੰਗਾ ਕੰਮ ਕਰ ਰਿਹਾ। ਤੇ ਮਨੀਸ਼ ਤਿਵਾੜੀ ਤੇ ਆਪਣਾ ਸੁਨੀਲ ਜਾਖੜ ਦਾ ਇਹਨੂੰ ਲੈ ਕੇ ਟਵੀਟ ਆਉਣਾ, APS ਦਿਓਲ ਦਾ ਅਸਤੀਫਾ ਸਵੀਕਾਰ ਹੋਣਾ। ਉਸ ਤੋਂ ਬਾਅਦ ਜੋ ਵਧੀਕ ਐਡਵੋਕੇਟ ਜਨਰਲ ਨੇ ਜੋ ਉਹਨਾਂ ਨੇ ਵੀ ਆਪਣਾ ਅਸਤੀਫਾ ਦਿੱਤਾ। ਸਾਰੇ ਤੁਸੀਂ ਪੂਰੇ ਸਿਨੈਰੀਓ ਨੂੰ ਕਾਂਗਰਸ ਨੂੰ ਮਿਲਾ ਕੇ ਕਿਵੇਂ ਦੇਖਦੇ ਹੋ? ਦੇਖੋ ਕਾਂਗਰਸ ਤਾਂ ਉਲਝੀ ਹੋਈ ਹੈ ਦੌੜ ਕੁਰਸੀ ਦੀ, ਜਿਵੇਂ ਆਪਾਂ ਰੋਜ਼ ਗੱਲ ਕਰਦੇ ਇਹਨਾਂ ਨੇ। ਕਹਿ ਲਓ ਵੀ ਸਾਨੂੰ ਵੀ ਮਜਬੂਰੀ ਬਸ ਇਹਨਾਂ ਦੀ ਗੱਲ ਕਰਨੀ ਪੈਂਦੀ ਹੈ, ਕਿਉਂਕਿ ਰੋਜ਼ ਨਵਾਂ ਕਲੇਸ਼ ਇਹਨਾਂ ਦਾ ਸ਼ੁਰੂ ਹੁੰਦਾ ਹੈ। ਕਿਤੇ ਕੋਈ ਬੋਲਦਾ, ਕਿਤੇ ਕੋਈ ਬੋਲਦਾ। ਅੱਜ ਜਾਖੜ ਸਾਹਿਬ ਬੋਲਦੇ ਨੇ। ਜਾਖੜ ਸਾਹਿਬ ਪਹਿਲਾਂ ਅਤੁਲ ਨੰਦਾ ਦੇ ਖਿਲਾਫ ਬੋਲੇ ਸੀਗੇ, ਆਪ ਵੀ ਪ੍ਰਧਾਨ ਸੀ ਉਦੋਂ, ਤੇ ਹੁਣ ਜੇ APS ਦਿਓਲ ਦੀ ਗੱਲ ਕਰਦੇ ਤਾਂ ਉਹਦੇ ਪੱਖ 'ਚ ਆਉਂਦੇ ਆ। ਤੇ ਉਹਨਾਂ ਨੇ ਤਾਂ ਮੁੱਖ ਮੰਤਰੀ ਨੂੰ ਸਿੱਧਾ ਕਹਿ ਵੀ ਦਿੱਤਾ ਕਿ ਸਮਝੌਤਾ ਮੁੱਖ ਮੰਤਰੀ ਹੈ। ਤੇ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਵੀ ਸਰਕਾਰ ਕੌਣ ਚਲਾ ਰਿਹਾ ਇਹ ਨਹੀਂ ਪਤਾ। ਯਾਨੀ ਕਿ ਸਿੱਧਾ ਅਟੈਕ ਕਹਿ ਲਓ ਸਿੱਧੂ ਤੇ ਕਰਿਆ, ਕਿਸੇ ਸਿੱਧੂ ਚਲਾ ਰਿਹਾ ਹੈ ਕਿ ਚੰਨੀ ਚਲਾ ਰਿਹਾ ਹੈ। ਸਮਝੌਤਾ ਹਰੇਕ ਗੱਲ ਤੇ ਸਮਝੌਤਾ ਕਰ ਲੈਂਦੇ। ਸੋ ਇਸੇ ਤਰ੍ਹਾਂ ਉਹਨੇ ਮਨੀਸ਼ ਤਿਵਾੜੀ ਨੇ ਗੱਲ ਕੀਤੀ ਹੈ APS ਦਿਓਲ ਹਟਾਉਣ ਨੂੰ। ਉਹ ਮਤਲਬ ਕਹਿ ਲਓ ਇਹਨਾਂ ਦਾ ਆਪਸ ਵਿੱਚ ਮਤਭੇਦ ਇਹਨਾਂ ਦੇ ਬਹੁਤ ਵੱਡੇ ਨੇ। ਇੱਕ ਪੱਖ ਇਹ ਧੜਾ ਇੱਕ ਨਹੀਂ ਬਣ ਕੇ ਰਹਿ ਗਿਆ। ਧੜਾ ਹੁਣ ਸਿੱਧੂ ਅਲੱਗ ਧੜਾ ਬਣਿਆ ਇਕੱਲਾ, ਚੰਨੀ ਦਾ ਅਲੱਗ ਧੜਾ ਬਣ ਗਿਆ। ਸਿੱਧੂ ਦੇ ਨਾਲ ਪ੍ਰਗਟ ਜਿਹੜਾ ਹੈਗਾ ਪ੍ਰਗਟ ਸਿੰਘ ਤੁਰੇ ਫਿਰਦੇ ਨੇ ਫਿਲਹਾਲ, ਬਾਕੀ ਸਾਰੇ ਹਟ ਗਏ। ਬਾਕੀ ਚੰਨੀ ਵਾਲੇ ਪਾਸੇ ਹੋ ਗਏ ਕਿਉਂਕਿ ਮੁੱਖ ਮੰਤਰੀ ਉਹ, ਤੇ ਉਹ ਚੰਨੀ ਧੜਾ ਅਲੱਗ ਬਣ ਗਿਆ, ਕੈਪਟਨ ਧੜਾ ਵੱਖ ਹੋ ਗਿਆ।
ਜਾਖੜ ਅਲੱਗ, ਮਨੀਸ਼ ਤਿਵਾੜੀ ਅਲੱਗ, ਪ੍ਰਤਾਪ ਸਿੰਘ ਬਾਜਵਾ ਨਾਲ ਬੋਲ ਹੀ ਨਹੀਂ ਰਹੇ। ਫਤਿਹ ਜੰਗ ਤੇ ਸੇਖੜੀ ਦੀ ਜੰਗ ਚੱਲ ਰਹੀ ਹੈ। ਤੋ ਇਹ ਕਹਿਣ ਦਾ ਭਾਵ ਇਹ ਤਾਂ ਆਪਸ ਵਿੱਚ ਹੀ ਉਲਝੇ ਹੋਏ ਨੇ। ਇਹਨਾਂ ਨੂੰ ਕੋਈ ਮਤਲਬ ਨਹੀਂ, ਨਾ ਕਿਸੇ ਨੂੰ ਕੋਈ ਕੰਮ ਦਾ ਹੈਗਾ ਕਿ ਪੰਜਾਬ ਦੇ ਲੋਕਾਂ ਦਾ ਕੀ ਸਵਾਰ ਦੀਏ, ਪੰਜਾਬ ਦੇ ਲੋਕਾਂ ਨੂੰ ਕੀ ਦੇ ਦਈਏ। ਬਿਆਨ ਤੇ ਬਿਆਨ, ਬਿਆਨ ਤੇ ਬਿਆਨ, ਬਿਆਨ ਤੇ ਬਿਆਨ ਚੱਲੀ ਜਾ ਰਿਹਾ। ਹੋਰ ਹੀ ਮਸਲੇ ਚੱਕੀ ਜਾਂਦੇ ਨੇ। ਜਿਨ੍ਹਾਂ ਮਸਲਿਆਂ ਦੀ ਗੱਲ ਸੀਗੀ ਉਹ ਮਸਲੇ ਹੀ ਗਾਇਬ ਹੋ ਗਏ। ਹੁਣ ਤੁਸੀਂ ਮੰਨ ਲਓ ਆਹ AG ਨੂੰ ਹਟਾਤਾ ਜੀ, ਠੀਕ ਹੈ, ਨਵਾਂ AG ਹਲਾਤਾ, ਪਹਿਲਾਂ ਵੀ ਹਟਾਇਆ, DGP ਹਲਾਤਾ। ਹੁਣ ਇਹਦਾ ਭਾਵ ਸ਼ਰੇਆਮ ਇਹ ਨਿਕਲਦਾ ਹੈ ਕਿ ਇਹ ਜਿਹੜੇ ਹੁਣ ਚੀਜ਼ਾਂ ਹੋ ਰਹੀਆਂ ਨੇ, ਇਹ ਸਬੂਤ ਨੇ ਕਿ ਲੰਮੇ ਸਮੇਂ ਤੋਂ ਇਹ ਵੱਡੇ ਅਹੁਦੇ ਕਠਪੁਤਲੀਆਂ ਨੇ ਪੋਲੀਟਿਕਸ ਵਿੱਚ, ਅੱਜ ਦੀਆਂ ਪੋਲੀਟੀਸ਼ੀਅਨਾਂ ਦੀਆਂ। ਰਾਜਨੀਤੀ ਦੇ ਵਿੱਚ ਇਹ ਵੱਡੇ ਅਹੁਦੇ ਨੇ ਜਿਨ੍ਹਾਂ ਨੇ ਪੰਜਾਬ ਦੀਆਂ ਚੀਜ਼ਾਂ, ਪੰਜਾਬ ਦੇ ਮਸਲੇ, ਪੰਜਾਬ ਦੇ ਹੱਕ, ਪੰਜਾਬ ਦੇ ਅਧਿਕਾਰ ਫਰਜ਼ ਜੋ ਵੀ ਹੈਗੇ ਨੇ, ਜਾਂ ਪੰਜਾਬ ਦੇ ਵਿਰੁੱਧ ਜਾਂ ਸਰਕਾਰ ਦੇ ਵਿਰੁੱਧ ਜੋ ਕੇਸ ਨੇ ਉਹਨਾਂ ਨੂੰ ਪੈਰਵੀ ਕਰਨੀ ਹੈ, ਸਿਸਟਮ ਚੇਂਜ ਕਰਨੇ ਨੇ, ਸਿਸਟਮ ਵਧੀਆ ਬਣਾਉਣੇ ਨੇ, ਉਹ ਸਾਰੇ ਇਹਨਾਂ ਦੇ ਹੱਥਾਂ 'ਤੇ ਨੱਚਦੇ ਨੇ। ਇਹ ਜਿਹਨੂੰ ਚਾਹਣ ਉਹਨੂੰ ਬਣਾ ਦੇਣਾ, ਜਿਹਨੂੰ ਚਾਹਣ ਲਾ ਦੇਣਾ। ਇਹ ਤਾਂ ਕੋਈ ਮਤਲਬ ਨਹੀਂ ਹੋਇਆ। ਵਕੀਲ ਤਾਂ ਹੁਣ ਵਕੀਲ ਹੁੰਦਾ ਹੈ। ਅੱਜ ਕੇਸ ਤੁਹਾਡਾ ਲੜਿਆ, ਕੱਲ੍ਹ ਨੂੰ ਕਿਸੇ ਹੋਰ ਦਾ ਤੁਹਾਡੇ ਵਿਰੁੱਧ ਵੀ ਲੜ ਸਕਦਾ ਹੈ। ਇਹ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ। ਉਹਦਾ ਤਾਂ ਪੇਸ਼ਾ ਹੀ ਹੈ। ਉਹਨੂੰ ਕਿਵੇਂ ਤੁਸੀਂ ਗਲਤ ਠਹਿਰਾ ਸਕਦੇ ਹੋ? ਇਹ ਗੱਲਾਂ ਹੁਣ ਜੇ ਨਵਜੋਤ ਸਿੰਘ ਸਿੱਧੂ ਕਹਿੰਦਾ ਮੇਰਾ ਬੰਦਾ ਲਾਇਆ ਜਾਵੇ, ਇਹਦਾ ਮਤਲਬ ਉਹਦੀ ਗੱਲ ਸੁਣੇਗਾ। ਕੱਲ੍ਹ ਨੂੰ ਉਹਨੂੰ ਕੋਈ ਬੰਦਾ ਚੰਗਾ ਨਾ ਲੱਗੇ ਕਿ ਇਹਦਾ ਕੇਸ ਹਾਰਨਾ ਭਾਈ, ਉਹਦਾ ਮਤਲਬ ਸਿੱਧੂ ਦੇ ਕਿਸੇ ਤੋਂ ਹਾਰ ਜਾਏਗਾ, ਉਹਨੇ ਐਡਾ ਵੱਡਾ ਉਹਦਾ ਦਵਾਇਆ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਸ਼ੋਭਾ ਹੀ ਨਹੀਂ ਦਿੰਦੀਆਂ। ਕੋਈ ਪੈਨਲ, ਕੋਈ ਕਿਸੇ ਤਰ੍ਹਾਂ ਦਾ ਸਿਸਟਮ ਬਣਨਾ ਚਾਹੀਦਾ ਜਿਹਦੇ ਆਧਾਰ ਦੇ ਉੱਤੇ ਕੋਈ ਸੀਨੀਅਰਿਟੀ ਵਾਈਜ਼ ਕੋਈ ਕਿਸੇ ਤਰੀਕੇ ਨਾਲ ਆਵੇ। ਪੈਨਲ ਭੇਜਿਆ ਜੀ, ਉੱਥੋਂ ਬੰਦਾ ਨਾਮਜ਼ਦ ਤਾਂ ਤੁਸੀਂ ਆਪ ਕਰਦੇ ਹੋ। ਬਿਲਕੁਲ, ਜਦੋਂ ਬੰਦੇ ਦੀ ਪਹਿਲਾਂ ਹੀ ਦੇ ਦਿੰਦੇ ਵੀ ਆਹ ਬੰਦਿਆਂ ਦੇ ਨਾਮ ਭੇਜ ਦਿੰਦੇ ਜੀ, ਇਹਨੂੰ ਤੁਸੀਂ ਸਿਲੈਕਟ ਕਰ ਦਿਓ, ਤੇ ਉਹ ਫਿਰ ਕੰਮ ਕਿਵੇਂ ਇੰਡੀਪੈਂਡੈਂਟ ਕਰ ਲੂਗਾ, ਕਿਵੇਂ ਪਾਰਦਰਸ਼ੀ ਕਿਵੇਂ ਬਣ ਜੂਗਾ ਉਹ ਬੰਦਾ? ਪਾਰਦਰਸ਼ਤਾ ਨਾਲ ਕੰਮ ਕਿਵੇਂ ਕਰ ਸਕਦਾ? ਟਰਾਂਸਪੇਰੈਂਸੀ ਆਉਂਦੀ ਹੀ ਨਹੀਂ। ਇਹਨਾਂ ਨੇ ਖਿਲਵਾੜ ਕਰ ਲਿਆ, ਇਹਨਾਂ ਅਹੁਦਿਆਂ ਦਾ ਵੀ ਖਿਲਵਾੜ ਕਰ ਲਿਆ। ਜਿਨ੍ਹਾਂ ਨੇ ਸਿਸਟਮ ਸੁਧਾਰਨੇ ਸੀ ਉਹਨਾਂ ਦਾ ਵੀ ਪੋਲੀਟੀਸ਼ੀਅਨਾਂ ਨੇ, ਕਹਿ ਸਕਦੇ ਇਹਨਾਂ ਨੇ ਇੰਨਾ ਕੁ ਬੇੜਾ ਗਰਕ ਕੀਤਾ। ਇਹ ਪੋਲੀਟੀਸ਼ੀਅਨਾਂ ਨੇ, ਸਾਰੇ ਰਾਜਨੀਤਿਕ ਲੋਕਾਂ ਨੇ ਆਪਣੇ ਨਿੱਜੀ ਮਫਾਦਾਂ ਵਾਸਤੇ ਵਰਤਦੇ ਇਹਨਾਂ ਨੂੰ, ਤੇ ਉਹਨਾਂ ਵਾਸਤੇ ਵਰਤ ਕੇ ਉਹਨਾਂ ਨੂੰ ਛੱਡ ਦਿੰਦੇ ਆ। ਤੇ ਅਧਿਕਾਰੀ ਅਫਸਰਾਂ ਦੇ ਕੰਨਾਂ 'ਚ ਵੀ ਇਹ ਗੱਲਾਂ ਉਹਨਾਂ ਨੇ ਅੱਖੀਂ ਦੇਖੀਆਂ, ਸੁਣ ਵੀ ਰਹੇ ਨੇ, ਵਰਤ ਰਹੇ ਆ ਭਾਣਾ ਸਾਰਾ ਕੁਛ, ਕਿ ਕਿਵੇਂ ਵਰਤ ਕੇ ਇਹਨਾਂ ਨੂੰ ਕਿਸ ਤਰ੍ਹਾਂ ਕੇਸਾਂ ਦੇ ਵਿੱਚ ਫਸਾ ਦਿੰਦੇ ਨੇ ਲੰਮੇ ਸਮੇਂ ਤੱਕ। ਸਮਿਥ ਸੈਣੀ ਵਰਗੇ ਦੇਖੋ ਤੁਸੀਂ, ਉਮਰਾਂ ਨੰਗਲ ਵਰਗਿਆਂ ਨੂੰ ਦੇਖੋ, ਤੇ ਉਹ ਕਿਸ ਤਰ੍ਹਾਂ ਉਹਨਾਂ ਦੇ ਲਾਈਫ ਤਬਾਹ ਹੋ ਜਾਂਦੀ ਹੈ, ਫਿਰ ਵੀ ਇਹਨਾਂ ਦੇ ਕਠਪੁਤਲੀਆਂ ਬਣ ਕੇ ਕੰਮ ਕਰਦੇ ਰਹਿੰਦੇ ਨੇ। ਨਾਲੇ ਨਤੀਜੇ ਸਾਹਮਣੇ ਨੇ। ਜੀ ਬਿਲਕੁਲ ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਲਈ ਤੁਹਾਡਾ ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਆਪਣਾ ਸੁਝਾਅ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦਿਓ, ਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।